ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ 'ਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਤੋਂ ਜੁੜੇ ਹੋਏ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ ਵਾਸ਼ਿੰਗਟਨ ਫਰੇਟ ਸਰਵਿਸ, ਜਿਹੜੀ ਸ਼ਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਨੇ ਜੀ ਹਮੇਸ਼ਾ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਜਗਜੀਤ ਸਿੰਘ ਲੰਡਨ ਅਤੇ ਬਲਵੀਰ ਸਿੰਘ ਉਸਮਾਨਪੁਰ ਸੈਟਲ ਤੋਂ, ਹਰਜਾਪ ਸਿੰਘ ਤੇ ਭਰਪੂਰ ਸਿੰਘ ਬੇਕਰਸਫੀਲਡ ਤੋਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ जी। सत श्री अकाल जी। ਢਿੱਲੋਂ ਸਾਹਿਬ, फिर कांग्रेस में क्या चल रहा है? सुनील जाखड़ ਨੂੰ ਕਾਰਨ ਦੱਸੋ ਨੋਟਿਸ, ਉਹਨੇ ਟੁੱਕ ਤੇ ਡੇਲਾ ਹੀ ਨਹੀਂ ਸਮਝਿਆ। समझदा कौन है? ਕਿਸੇ ਪਾਰਟੀ ਦੀ ਹੈਸੀਅਤ ਉਨੀ ਦੇਰ ਤੱਕ ਹੁੰਦੀ ਹੈ ਜਿੰਨੀ ਦੇਰ ਤੱਕ ਉਹਦੀ ਲੀਡਰਸ਼ਿਪ ਦੇ ਵਿੱਚ ਦਮ ਹੋਵੇ। ਜਦੋਂ ਲੀਡਰਸ਼ਿਪ ਸਾਥਹੀਨ ਹੋਈ ਪਈ ਹੈ, ਪਾਰਟੀ ਜਿਹਦੀ ਕਦੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਕੂਮਤ ਹੁੰਦੀ ਸੀ ਜੀ, ਉਹ ਸਿਮਟ ਕੇ ਰਹਿ ਗਈ ਹੈ 2-2.5 ਸਟੇਟਾਂ ਤੱਕ। ਗਾਂ ਲੀਡਰਸ਼ਿਪ ਇਹੋ ਜਿਹੀ ਹੈ ਕਿ ਜਿਹੜਾ ਫੈਸਲਾ ਲੈਂਦੀ ਹੈ ਉਹ ਫੈਸਲੇ ਉਲਟ ਪੈ ਜਾਂਦੇ। ਜੇ ਹੁਣ ਆਪਾਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਉੱਤੇ ਨਿਗਾਹ ਮਾਰੀਏ ਦਾਨੇਵਾਲੀਆ ਸਾਹਿਬ, ਤਾਂ ਹਰ ਪੋਲੀਟੀਕਲ ਪਾਰਟੀ ਦੀ ਜਾਂ ਦਿੱਲੀ ਹੈੱਡਕੁਆਟਰ ਹੈ, ਉਹ ਪੰਜਾਬ ਦੀ ਪਾਰਟੀ ਦਾ ਜਾਂ ਵੱਖ-ਵੱਖ ਸੂਬਿਆਂ ਦੀ ਪਾਰਟੀ ਦਾ ਕੋਈ ਨਾ ਕੋਈ ਇੰਚਾਰਜ ਲਾ ਦਿੰਦੇ ਜੀ। ਹਾਲਾਂਕਿ ਇੰਚਾਰਜ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਜੇ ਅਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਅੰਦਰੂਨੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤਾਂ ਸਟੇਟਾਂ ਨੂੰ ਆਪਦੇ ਫੈਸਲੇ ਆਪ ਲੈਣ ਲਈ ਅਧਿਕਾਰ ਹੋਣਾ ਚਾਹੀਦਾ ਹੈ। ਕਈ ਵਾਰੀ ਪੋਲੀਟੀਕਲ ਮਾਮਲਾ ਹੁੰਦਾ, ਕੋਈ ਪੋਲੀਟੀਕਲ ਮਾਮਲੇ ਦੇ ਵਿੱਚ ਉਹ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਨੂੰ ਗਾਈਡ ਕਰ ਸਕਦੇ ਆ ਕਿ ਆਪਾਂ ਆਹ ਨਹੀਂ ਕਰਨਾ। ਮਿਸਾਲ ਦੇ ਤੌਰ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਕੋਈ ਅਲਾਇੰਸ ਹੁੰਦਾ ਹੈ, ਉਹ ਕਿਤੇ ਹੋਰ ਅਲਾਇੰਸ ਕਰਦੇ ਤੇ ਸਟੇਟ ਦੀ ਪਾਰਟੀ ਕਿਤੇ ਹੋਰ ਕਰੇ, ਉਹਦੇ ਤੇ ਥੋੜਾ ਇਤਰਾਜ਼ ਕਰ ਸਕਦੇ ਆ ਜੀ। ਲੇਕਿਨ ਜਥੇਬੰਦਕ ਮਾਮਲਿਆਂ ਦੇ ਵਿੱਚ ਤਾਂ ਜਿਹੜੀ ਅੰਦਰੂਨੀ ਖੁਦ ਮੁਖਤਿਆਰੀ ਉਹ ਮਿਲਣੀ ਚਾਹੀਦੀ ਹੈ ਨਾ। ਵੈਸੇ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਆਪਾਂ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਤਾਂ ਇਹਨਾਂ 'ਚ ਅੰਦਰੂਨੀ ਖੁਦ ਮੁਖਤਿਆਰੀ ਨਹੀਂ ਹੈ ਜੀ, ਅੰਦਰੂਨੀ ਡੈਮੋਕ੍ਰੇਸੀ ਵੀ ਨਹੀਂ ਹੈ। ਕਿਸੇ ਹੱਦ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਯਤਨ ਕੀਤਾ ਜਾਂਦਾ ਕਿ ਸਾਡੇ ਅੰਦਰੂਨੀ ਡੈਮੋਕ੍ਰੇਸੀ ਹੈਗੀ ਹੈ, ਲੇਕਿਨ ਉਹਦਾ ਵੀ ਆਪਾਂ ਨੂੰ ਪਤਾ ਕਿ ਉਹਦਾ ਟੋਟਲ ਕੰਟਰੋਲ ਹੈ ਜਿਹੜਾ ਉਹ RSS ਦੇ ਹੱਥ 'ਚ ਹੈ ਜੀ। ਜਿਹੜਾ ਜ਼ਿਲ੍ਹੇ ਦਾ RSS ਦਾ ਇੰਚਾਰਜ ਹੈ, ਜੋ ਉਹਨੇ ਕਰਤਾ ਉਹਦੀ ਗੱਲ ਉਹੀ ਮੰਨੀ ਜਾਣੀ ਹੈ, ਸਟੇਟ ਵਾਲਿਆਂ ਨੇ ਵੀ ਉਹੀ ਮੰਨਣੀ ਹੈ ਸਥਿਤੀ ਹੈ। ਲੇਕਿਨ ਕਾਂਗਰਸ ਪਾਰਟੀ ਦੀ ਬਦਕਿਸਮਤੀ ਹੈ ਕਿ ਕੋਈ ਜ਼ਮਾਨਾ ਹੁੰਦਾ ਸੀ, ਪੰਡਿਤ ਜਵਾਹਰ ਲਾਲ ਨਹਿਰੂ
ਇੰਦਰਾ ਗਾਂਧੀ, ਰਾਜੀਵ ਗਾਂਧੀ ਤੋਂ ਪਹਿਲਾਂ ਜਦੋਂ ਐਮਰਜੈਂਸੀ ਦਾ ਦੌਰ ਸੀ ਵਿੱਚ ਦੀ ਸੰਜੇ ਗਾਂਧੀ ਆ ਗਿਆ ਸੀ ਜੀ ਜੀ ਉਸ ਵੇਲੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਬੜਾ ਦਬਕਾ ਹੁੰਦਾ ਸੀ, ਜਬਕਾ ਵੀ ਹੁੰਦਾ ਸੀ ਤੇ ਦਬਕਾ ਵੀ ਹੁੰਦਾ ਸੀ। ਵੱਡੇ ਲੀਡਰਾਂ ਦੇ ਅੱਗੇ ਪੰਜਾਬ ਵਾਲੇ ਤਾਂ ਐਵੇਂ ਹੀ ਖੜੇ ਰਹਿੰਦੇ ਹੁੰਦੇ ਸੀ, ਲਾਉਣ 'ਚ ਭੁੰਜੇ ਹੀ ਬੈਠੇ ਰਹਿੰਦੇ ਸੀ। ਹਾਂ ਫੇਰ ਆ ਗਈ ਸੋਨੀਆ ਗਾਂਧੀ ਕਿਉਂਕਿ ਯੂਰਪ ਦੇ ਪਿਛੋਕੜ ਵਾਲੀ ਸੀ ਜੀ, ਉਹ ਥੋੜੀ ਜਿਹੀ ਡੈਮੋਕ੍ਰੈਟਿਕ ਸੀ, ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਸੀ। ਲੇਕਿਨ ਹੁਣ ਇਸ ਵੇਲੇ ਦੀ ਸਥਿਤੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਸੋਨੀਆ ਗਾਂਧੀ ਬਜ਼ੁਰਗ ਹੋ ਗਈ ਜੀ, ਬਿਮਾਰ ਵੀ ਹੈ, ਪੁੱਤ ਨੂੰ ਉਹਨੇ ਆਪਦੇ ਨੂੰ ਕੀਤਾ ਅੱਗੇ ਜੀ ਕਿ ਭਾਈ ਚਲੋ ਆਪਾਂ ਹੁਣ ਇਹਨੂੰ ਲੀਡਰ ਬਣਾਉਣੇ ਆ। ਉਹ ਪੁੱਤ ਨੂੰ ਲੀਡਰ ਬਣਾਉਣ ਵਾਸਤੇ ਅੱਗੇ ਲਾਤਾ ਤੇ ਟੈਂਪਰੇਰੀ ਪ੍ਰਬੰਧ ਇਹ ਕਰ ਲਿਆ। 2004 ਚ ਖੁਦ ਪ੍ਰਾਈਮ ਮਿਨਿਸਟਰ ਬਣਨ ਦੀ ਬਜਾਏ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣਾਤਾ। ਪਰ ਫਿਰ ਤੁਹਾਡੇ ਯਾਦ ਹੋਣਾ ਜਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਪ੍ਰਾਈਮ ਮਿਨਿਸਟਰ ਬਣ ਗਏ, ਕੰਮ ਉਹਨਾਂ ਦਾ ਵਧੀਆ ਚੱਲਦਾ ਸੀ। ਇਹ ਠੀਕ ਆ ਕਿ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਲਾਏ ਜਾਂਦੇ ਸੀ ਕਿ ਸਾਰੇ ਦਾ ਸਾਰਾ ਕੰਟਰੋਲ ਆ ਜਿਹੜਾ ਸੋਨੀਆ ਗਾਂਧੀ ਕੋਲੇ ਹੈ ਜੀ, ਲੇਕਿਨ ਇੱਕ ਮੌਕਾ ਇਹੋ ਜਿਹਾ ਆ ਗਿਆ, ਲਾਲੂ ਪ੍ਰਸਾਦ ਯਾਦਵ ਨੂੰ ਹੋ ਗਈ ਕੈਦ। ਅੱਛਾ ਜੀ, ਕੈਦ ਹੋ ਗਈ ਉਹਨੂੰ ਚਾਰਾ ਘੁਟਾਲੇ 'ਚ। ਉਹਦੀ ਜਿਹੜੀ ਹੈਗੀ ਹੈ ਮੈਂਬਰੀ ਪਾਰਲੀਮੈਂਟ ਦੀ ਉਹ ਹੋ ਗਈ ਖਤਮ ਜੀ, ਕਿ ਕੋਈ ਕਾਨੂੰਨ ਇਹ ਬਣਿਆ ਵਾ ਕਿ ਜਿਸ ਬੰਦੇ ਨੂੰ 3 ਸਾਲ ਤੱਕ ਦੀ ਕੈਦ ਹੋ ਜੇ ਉਹ ਬੰਦੇ ਦੀ ਜਿਹੜੀ ਹੈ ਮੈਂਬਰੀ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ ਜੀ। ਇਹ ਲਾ ਹੈ। ਹੁਣ ਲਾਲੂ ਯਾਦਵ ਕਿਉਂਕਿ UPA 1 ਔਰ UPA 2 ਦੇ ਵਿੱਚ ਉਹ ਸਰਕਾਰ ਦੇ ਨਾਲ ਖੜੋਤਾ ਸੀ ਜੀ, ਤੇ ਲਾਲੂ ਯਾਦਵ ਦੀ ਲੋੜ ਸੀ ਕਾਂਗਰਸ ਪਾਰਟੀ ਨੂੰ। ਸੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਤੋਂ ਕਾਂਗਰਸ ਦੀ ਲੀਡਰਸ਼ਿਪ ਨੇ ਜੀ, ਜਿਹੜੀ ਪੋਲੀਟੀਕਲ ਲੀਡਰਸ਼ਿਪ ਆਪਾਂ ਕਹਿ ਸਕਦੇ ਹਾਂ ਸੋਨੀਆ ਗਾਂਧੀ, ਉਹਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਤਾ, ਆਰਡੀਨੈਂਸ ਜਾਰੀ ਕਰਵਾਤਾ। ਆਰਡੀਨੈਂਸ ਜਿਹੜਾ ਹੁੰਦਾ ਦਾਨੇਲੀਆ ਸਾਹਿਬ ਉਹ ਕੰਮ ਚਲਾਊ ਹੁੰਦਾ, 2 ਸੈਸ਼ਨਾਂ ਦੇ ਵਿਚਾਲ ਕੰਮ ਚਲਾਊ ਇੰਤਜ਼ਾਮ ਹੁੰਦਾ ਵੀ ਇਹ ਆਰਡੀਨੈਂਸ ਜਾਰੀ ਕਰਕੇ ਉਹ ਕਾਨੂੰਨ ਹੈ ਜਿਹੜਾ ਉਹਨੂੰ ਸਸਪੈਂਡ ਕਰ ਦਿਓ ਜਾਂ ਉਹਨੂੰ ਖਤਮ ਕਰ ਦਿਓ ਤਾਂ ਕਿ ਲਾਲੂ ਪ੍ਰਸਾਦ ਯਾਦਵ ਦੀ ਮੈਂਬਰੀ ਖਤਮ ਨਾ ਹੋਵੇ ਔਰ ਉਹ ਸਾਡੇ ਨਾਲ ਖੜਾ ਰਹੇ। ਤੇ ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿਉਂਕਿ ਬਹੁਗਿਣ ਸੰਮਤੀ ਸੀ ਇਹਨਾਂ ਦੇ ਕੋਲ, ਆਪਾਂ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਵਾ ਲਵਾਂਗੇ। ਇਹ ਉਹਨਾਂ ਨੇ ਆਰਡੀਨੈਂਸ ਕਰਤਾ। ਡਾਕਟਰ ਮਨਮੋਹਨ ਸਿੰਘ ਹੋਰੀ ਚਲੇ ਗਏ ਵਿਦੇਸ਼ ਦੇ ਵਿੱਚ, ਸ਼ਾਇਦ ਅਮਰੀਕਾ ਗਏ ਸੀ ਜੀ। ਮੋਨਟੇਕ ਸਿੰਘ ਆਹਲੂਵਾਲੀਆ ਵੀ ਉਹਨਾਂ ਦੇ ਨਾਲ ਸੀ। ਹੋਇਆ ਇਹ ਕਿ ਰਾਹੁਲ ਗਾਂਧੀ ਨੂੰ ਕਿਤੇ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਵੀ ਐਂ ਕਰਕੇ ਜੀ ਤੁਸੀਂ ਆਹ ਗੱਲ ਕਰਤੀ, ਤੇ ਉਹਨੇ ਇੱਕ ਕਾਗਜ਼ ਦਾ ਟੁਕੜਾ ਕੱਢਿਆ ਜੇਬ ਚੋਂ, ਇਹ ਕਿਹੜਾ ਆਰਡੀਨੈਂਸ ਹੈ, ਮੈਂ ਇਹ ਆਰਡੀਨੈਂਸ ਨੂੰ ਖਤਮ ਕਰਦਾ, ਰੱਦ ਕਰਦਾ, ਤੇ ਕਸਾ ਉਹਨੇ ਉਹ ਪਾੜਤਾ, ਆਰਡੀਨੈਂਸ ਪਾੜ ਕੇ ਸਿੱਟਤਾ। ਆਰਡੀਨੈਂਸ ਨਾ ਪੜਿਆ, ਕਾਗਜ਼ ਦਾ ਟੁਕੜਾ ਪਾੜ ਕੇ ਸਿੱਟਤਾ। ਪ੍ਰਭਾਵ ਇਹ ਦਿੱਤਾ ਕਿ ਜੀ ਮੈਂ ਜਿਹੜਾ ਹੈਗਾ ਡਾਕਟਰ ਮਨਮੋਹਨ ਸਿੰਘ ਦੀ ਇਸ ਗੱਲ ਨਾਲ ਸਹਿਮਤ ਨਹੀਂ, ਮੈਂ ਇਹਨੂੰ ਰੱਦ ਕਰਦਾ ਜੀ। ਤੇ ਮੈਂ ਕਾਂਗਰਸ ਪ੍ਰੈਜ਼ੀਡੈਂਟ ਦਾ ਪੁੱਤ ਆ, ਮੈਂ ਤਾਂ ਹਾਲੇ ਨਾਲ ਜਨਰਲ ਸੈਕਟਰੀ। ਜਦੋਂ ਇਹ ਗੱਲ ਹੋ ਗਈ, ਹੁਣ ਡਾਕਟਰ ਮਨਮੋਹਨ ਸਿੰਘ ਵਿਦੇਸ਼ ਦੇ ਵਿੱਚ ਗਿਆ ਵਾ ਜੀ, ਉਹ ਜਹਾਜ਼ ਦੇ ਵਿੱਚ ਹੈ ਤੇ ਉਧਰੋਂ ਇਹ ਖਬਰਾਂ ਪ੍ਰਕਾਸ਼ਿਤ ਹੋ ਗਈਆਂ ਜੀ। ਤੇ ਡਾਕਟਰ ਮਨਮੋਹਨ ਸਿੰਘ ਨੂੰ ਜਦੋਂ ਇਸ ਖਬਰ ਦਾ ਪਤਾ ਲੱਗਿਆ ਤੇ ਆਹਲੂਵਾਲੀਆ ਲਿਖਦੇ ਆ, ਮੋਨਟੇਕ ਸਿੰਘ ਆਹਲੂਵਾਲੀਆ, ਵੀ ਇੱਕ ਟਾਈਮ ਇਹ ਹੋ ਗਿਆ ਸੀ ਕਿ ਡਾਕਟਰ ਮਨਮੋਹਨ ਸਿੰਘ ਰਿਜ਼ਾਈਨ ਦੇਣ ਵਾਸਤੇ ਤਿਆਰ ਹੋ ਗਿਆ। ਅੱਛਾ ਜੀ। ਪਰ ਬਾਅਦ ਦੇ ਵਿੱਚ ਉਹਨੂੰ ਮੈਨੇਜ ਕਰ ਲਿਆ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਹੁਣ ਵੱਡੀ ਗੱਲ ਇੱਕ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਤਾਂ ਇਹ ਸੀ ਕਿ ਡਾਕਟਰ ਮਨਮੋਹਨ ਸਿੰਘ ਤਾਂ ਦਸਤਖਤ ਉੱਥੇ ਕਰਦਾ ਇੱਥੇ ਸੋਨੀਆ ਗਾਂਧੀ ਬਿਲਕੁਲ ਜੋ ਕੁਝ ਮਾਂ ਨੇ ਕਰਵਾਇਆ ਤੇ ਉਹਨੇ ਖਤਮ ਕਰਤਾ, ਤੇ ਉਹਦੀ ਕਾਬਲੀਅਤ ਕਿੱਥੋਂ ਤੱਕ ਆ ਗਈ। ਉਹ ਕਾਬਲੀਅਤ ਫਿਰ ਆਪਾਂ ਨੂੰ ਗਾਂ ਦੀ ਗਾਂ ਪਤਾ ਵੀ ਕਾਂਗਰਸ ਪਾਰਟੀ ਘਟ ਕੇ ਕਿੱਥੇ ਚਲੀ ਗਈ ਜੀ। ਫਿਰ ਲੈ ਆਂਦੀ ਪ੍ਰਿੰਕਾ ਗਾਂਧੀ, ਕਹਿੰਦੇ ਜੀ ਪ੍ਰਿੰਕਾ ਗਾਂਧੀ ਕਾਂਗਰਸ ਪਾਰਟੀ ਨੂੰ ਦਾ ਬੇੜਾ ਪਾਰ ਕਰੂਗੀ ਜੀ। ਜਿਹੜੇ ਵੇਲੇ ਲੈ ਕੇ ਆਉਣਾ ਸੀ ਪ੍ਰਿੰਕਾ ਗਾਂਧੀ ਉਦੋਂ ਲੈਂਦੀ ਨੂੰ ਹੁਣ ਲੈ ਆਈ। ਤੇ ਹੁਣ ਤੁਸੀਂ ਦੇਖੋ ਵੀ ਯੂਪੀ ਦੇ ਵਿੱਚ ਉਹਨੂੰ ਲਾਤਾ ਜਨਰਲ ਸੈਕਟਰੀ ਇੰਚਾਰਜ। ਅੱਛਾ ਜੀ। ਚੋਣਾਂ ਦੀ ਵੀ ਇੰਚਾਰਜ ਲਾਤਾ। ਤੇ ਦਾਨੇਵਾਲੀਆ ਸਾਹਿਬ ਯੂਪੀ ਦੀਆਂ ਸੀਟਾਂ ਹੈਗੀਆਂ 403। ਅੱਛਾ ਜੀ। ਵਿਧਾਨ ਸਭਾ ਦੀ। ਹੁਣ ਜਿਹੜੀਆਂ ਉੱਥੇ ਚੋਣਾਂ ਹੋਈਆਂ, ਚੋਣਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਕਿੰਨੀਆਂ ਆਈਆਂ ਜੀ? 400 ਦੇ ਵਿੱਚੋਂ ਪਰਸੈਂਟੇਜ ਤੁਸੀਂ ਕੱਢ ਲਓ, 403 ਚੋਂ ਸਿਰਫ 2 ਆਈਆਂ। ਹੁਣ ਤਾਂ ਮੈਂ ਫਿਰ ਤਾਂ ਪੁਆਇੰਟਾਂ 'ਚ ਹੀ ਗਈਆਂ। ਹਾਂ, ਮਤਲਬ ਤੁਸੀਂ ਦੇਖ ਲਓ ਵੀ ਉਹ 0-0 ਜੀ ਲਾ ਕੇ ਮੇਰੇ ਕੋਲ ਪੁਆਇੰਟ ਜਾਂ ਕੁਛ ਇਹ ਜਿਹਾ ਬਣੂਗਾ। ਬਿਲਕੁਲ ਇਹ ਆਹ ਹਾਲਤ ਹੋਈ ਜਦੋਂ ਕਿ ਸਟਾਰ ਪ੍ਰਚਾਰਕ ਉਹਨਾਂ ਨੇ ਉੱਥੇ ਲਾਈ ਸੀ, ਆਪਦੀ ਸਟਾਰ ਹੈ ਜਿਹੜੀ ਉਹਨਾਂ ਦੀ ਪਾਰਟੀ ਦੀ ਜੀ। ਲਓ ਜੀ, ਉਹ ਤੋਂ ਬਾਅਦ ਜੇ ਆਪਾਂ ਦੇਖੀਏ ਕਾਂਗਰਸ ਪਾਰਟੀ 2004 ਦੇ ਵਿੱਚ ਆਈ ਕਿਉਂ ਸੀ? ਮੁੜ ਸੁਰਜੀਤੀ ਕਿੱਥੋਂ ਆਉਂਦੀ ਹੈ? UPA 1 ਬਣ ਗਿਆ। ਉਹਦੀ ਮੁੜ ਸੁਰਜੀਤੀ ਦਾ ਮੁੱਢ ਵੱਜਿਆ ਸੀ ਪੰਜਾਬ 'ਚੋਂ ਜੀ। ਪੰਜਾਬ ਦੇ ਵਿੱਚ 2002 'ਚ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਹੇਠ ਇਲੈਕਸ਼ਨ ਲੜਦੀ ਹੈ ਤੇ ਇਲੈਕਸ਼ਨ ਜਿੱਤਦੀ ਹੈ ਜੀ। ਕਿਉਂਕਿ ਪੰਜਾਬ ਇੱਕ ਉਹ ਸਟੇਟ ਹੈ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸ਼ ਦੀ ਹਮੇਸ਼ਾ ਹੀ ਅਗਵਾਈ ਕਰਦੀ ਹੈ। ਚਾਹੇ ਆਪਾਂ ਜੰਗੇ ਆਜ਼ਾਦੀ ਦੀ ਗੱਲ ਕਰ ਲਈਏ, ਗਦਰ ਲਹਿਰ ਦੀ, ਚਾਹੇ ਆਪਾਂ 1920 ਦੇ ਵਿੱਚ ਇਹ ਗੱਲ ਕਰੀਏ ਕਿ ਗੁਰਦੁਆਰਾ ਸੁਧਾਰ ਲਹਿਰ ਜੀ ਉਹਦੇ ਰਾਹੀਂ, ਚਾਹੇ ਅਸੀਂ ਉਹ ਤੋਂ ਅੱਗੇ ਗੱਲ ਕਰ ਲਈਏ ਤੁਹਾਡੀ ਐਮਰਜੈਂਸੀ ਦੇ ਖਿਲਾਫ ਮੋਰਚੇ ਦੀ,
ਮੈਂ ਕਹਿੰਦੀ ਲੜਾਈ ਪੜ੍ਹਾਈ ਤੋਂ ਲੈ ਕੇ ਢਿੱਲੋਂ ਸਾਹਿਬ ਸਿੱਧੀ ਗੱਲ ਆ, ਭਾਵੇਂ ਗ੍ਰੀਨ ਰੈਵੂਲੇਸ਼ਨ ਲਾ ਲਓ ਤੇ ਭਾਵੇਂ ਜੋ ਮਰਜ਼ੀ ਲਾ ਲਓ। ਜਿਹੜੀ ਲੇਟੈਸਟ ਆਪਾਂ ਗੱਲ ਕਰ ਸਕਦੇ ਹਾਂ, ਲੇਟੈਸਟ ਹੈ ਕਿ ਦੁਨੀਆ ਦੇ ਵਿੱਚ ਇੱਕ ਇਤਿਹਾਸ ਰਚਦਾ। ਹਾਂ ਜਿਹੜਾ 3 ਕਾਲੇ ਕਾਨੂੰਨਾਂ ਦੇ ਖਿਲਾਫ ਮੋਰਚਾ ਲਾਇਆ, ਪੁਰਅਮਨ ਮੋਰਚਾ ਤੇ ਜਿੱਤ ਕੇ ਦਿਖਾਇਆ। 750 ਦੇ ਕਰੀਬ ਮਤਲਬ ਬੰਦਿਆਂ ਨੇ ਸ਼ਹਾਦਤ ਦਾ ਜਾਮ ਵੀ ਪੀਤਾ ਪੁਰਅਮਨ ਰਹਿ ਕੇ, ਤੇ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਨੂੰ ਮਾਫੀ ਵੀ ਮੰਗਣੀ ਪਈ ਤੇ ਕਾਨੂੰਨ ਉਹ ਵਾਪਸ ਵੀ ਲੈਣੇ। ਜੀ, ਇੱਥੋਂ ਪਤਾ ਲੱਗਦਾ ਕਿ ਅਗਵਾਈ ਪੰਜਾਬ ਕਰਦਾ ਹੈ। ਜੇ ਆਪਾਂ ਇਹ ਦੇਖੀਏ ਕਿ ਜਦੋਂ ਅਮਰਿੰਦਰ ਸਿੰਘ ਆਇਆ ਤੇ ਅਮਰਿੰਦਰ ਸਿੰਘ ਤੋਂ ਪਹਿਲਾਂ ਜੀ 1984 ਚ ਕਾਂਗਰਸ ਪਾਰਟੀ ਨੇ ਇੱਥੇ ਆਪਰੇਸ਼ਨ ਬਲੂ ਸਟਾਰ ਕੀਤਾ ਸੀ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਾਂਗਰਸ ਪਾਰਟੀ ਦੇ ਪੰਜਾਬ 'ਚ ਪੈਰ ਨਹੀਂ ਸੀ ਲੱਗੇ। 1992 ਦੇ ਵਿੱਚ ਕਾਂਗਰਸ ਪਾਰਟੀ ਬੇਅੰਤ ਸਿੰਘ ਦੀ ਅਗਵਾਈ 'ਚ ਸਰਕਾਰ ਉਦੋਂ ਬਣਾਉਣ ਵਾਸਤੇ ਕਾਮਯਾਬ ਹੋ ਗਈ ਜਦੋਂ ਸਾਰੇ ਅਕਾਲੀ ਧੜੇ ਨੇ ਬਾਈਕਾਟ ਕੀਤਾ ਸੀ। ਸਿਰਫ 10% ਵੋਟਾਂ ਦੇ ਨਾਲ ਉਹਨਾਂ ਨੇ ਆਪਦੀ ਇੱਕ ਸਰਕਾਰ ਬਣਾ ਲਈ ਸੀ, ਲੇਕਿਨ ਉਸ ਸਰਕਾਰ ਨੂੰ ਵੀ ਕਦੇ ਕਿਸੇ ਨੇ ਮਾਨਤਾ ਨਹੀਂ ਦਿੱਤੀ। 2004 ਦੀ ਆਪਾਂ ਇਲੈਕਸ਼ਨ ਕਹਿ ਸਕਦੇ ਹਾਂ, 2002 ਦੀ ਇਲੈਕਸ਼ਨ ਆਪਾਂ ਕਹਿ ਸਕਦੇ ਹਾਂ ਜੀ, ਜਿਹੜੀ ਇਲੈਕਸ਼ਨ ਦੇ ਵਿੱਚ ਨਿੱਠ ਕੇ ਕਾਂਗਰਸ ਪਾਰਟੀ ਨੇ ਮੁਕਾਬਲਾ ਕਰਕੇ ਲੜਾਈ ਲੜੀ ਤੇ ਕਾਂਗਰਸ ਪਾਰਟੀ ਇੱਥੋਂ ਜਿੱਤ ਪ੍ਰਾਪਤ ਕੀਤੀ ਤੇ ਉਹੀ ਜਿੱਤ ਕਾਂਗਰਸ ਪਾਰਟੀ ਦੀ ਮੁੜ ਸੁਰਜੀਤੀ ਦਾ ਇੱਕ ਕਾਰਨ ਬਣੀ ਸੀ। ਲਓ ਜੀ, ਇੱਥੇ ਨੂੰ ਚੰਗੀ ਭਲੀ ਸਰਕਾਰ ਚੱਲਦੀ ਸੀ ਜੀ, ਤੇ ਜਿਹੜੇ ਰਾਹੁਲ ਗਾਂਧੀ ਦੇ ਲੈਫਟੈਨੈਂਟ ਹੈਗੇ ਉਹਦੇ ਆਲੇ ਦੁਆਲੇ ਫਿਰਦੇ, ਉਹਨਾਂ ਨੂੰ ਉਹ ਗੱਲ ਜੱਚੀ ਨਹੀਂ ਕੁਛ। ਥੋੜਾ ਜਿਹਾ ਕੈਪਟਨ ਅਮਰਿੰਦਰ ਸਿੰਘ ਦਾ ਵੀ ਜਿਸ ਕਿਸਮ ਦਾ ਆਪਦਾ ਉਹਦਾ ਨਜ਼ਰੀਆ ਸੀ, ਆਪਦਾ ਸੁਭਾਅ ਸੀ ਜੀ, ਉਹ ਸੁਭਾਅ ਦੇ ਮੁਤਾਬਕ ਉਹ ਉਹਨਾਂ ਦੀ ਪਰਵਾਹ ਨਹੀਂ ਕਰਦਾ ਸੀ। ਪ੍ਰਸ਼ਾਸਨ ਜਿਹੜਾ ਹੈਗਾ ਟੋਟਲ ਬਿਊਰੋਕ੍ਰੇਸੀ ਦੇ ਹਵਾਲੇ ਕਰਤਾ। ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹ ਧੱਕੇ ਖਾਂਦੇ ਫਿਰਦੇ ਸੀਗੇ, ਔਰ ਇਹਦੇ ਨਾਲ ਡਿਫੰਕਟ ਹੋ ਗਏ। ਇਹਦੇ ਨਾਲ ਜਿਹੜਾ ਹੈਗਾ 2 ਸਾਲ ਕਰੋਨਾ ਦੀ ਵਜ੍ਹਾ ਕਾਰਨ ਉਹ ਅੰਦਰ ਹੀ ਵੜ ਕੇ ਬਹਿ ਗਏ। ਉਹ ਕਹਿੰਦੇ ਬਹਾਨਾ ਤਾਂ ਹੁਣ ਕਰੋਨਾ ਦਾ ਕਹਿੰਦੇ ਵੀ ਕਰੋਨਾ ਕਰਕੇ, ਖੈਰ ਵੱਡੇ ਬੰਦੇ ਨੂੰ ਬਿਮਾਰੀਆਂ ਲੱਗਦੀਆਂ ਵੀ ਛੇਤੀ ਤੇ ਇhtiyat ਵੀ ਆਪਣੇ ਨਾਲੋਂ ਵੀ ਵੱਧ ਰੱਖਦੇ ਬਿਲਕੁਲ, ਠੀਕ ਹੈ ਨਾ। ਉਹ ਕਹਿੰਦੇ ਜੀ ਉਹਦਾ ਹੋਇਆ ਕੀ ਹੈ ਕਿ ਥੋੜੀ ਜਿਹੀ ਕਾਂਗਰਸ ਪਾਰਟੀ ਦੇ ਵਿੱਚ ਬੇਚੈਨੀ ਪੈ ਗਈ, ਫੈਲ ਗਈ। ਉਹ ਬੇਚੈਨੀ ਦਾ ਇੱਕ ਕਾਰਨ ਇਹ ਵੀ ਸੀ ਕਿ ਅੱਗੇ ਚੋਣਾਂ ਆ ਗਈਆਂ ਸੀ। ਜਿਹੜੀ ਬੇਅਦਬੀ ਦਾ ਮਾਮਲਾ ਸੀ, ਬੇਅਦਬੀ ਦੇ ਮਾਮਲੇ 'ਚ ਹਾਲਾਂਕਿ ਅਮਰਿੰਦਰ ਸਿੰਘ ਨੇ ਜਿਹੜੀ ਉਹ ਬਣਾਈ ਆਪਣੀ ਕਮਿਸ਼ਨ ਬਣਾਇਆ ਸੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ, ਉਸ ਕਮਿਸ਼ਨ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ। ਉਹ ਤੋਂ ਬਾਅਦ ਅਦਾਲਤਾਂ ਦੇ ਚੱਕਰਾਂ ਦੇ ਵਿੱਚ ਉਹ ਮਾਮਲਾ ਫਸਿਆ ਰਿਹਾ, ਤੇ ਜਿਹੜੀ ਆਸ ਉਮੀਦ ਸੀ ਲੋਕਾਂ ਨੂੰ ਸਰਕਾਰ ਤੋਂ ਉਮੀਦ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਖਾਸ ਕਰਕੇ ਕਿ ਇਹ ਬੰਦਾ ਕੁਝ ਕਰ ਸਕਦਾ, ਉਹ ਜਦੋਂ ਨਾ ਹੋਈ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈ ਸਰਕਾਰ ਪ੍ਰਤੀ ਨਾਰਾਜ਼ਗੀ ਹੋਣੀ ਸ਼ੁਰੂ ਹੋ ਗਈ। ਪਹਿਲਾਂ ਲੋਕ ਜਿਹੜੇ ਨਾਰਾਜ਼ ਸੀ ਕਾਂਗਰਸ ਪਾਰਟੀ ਤੋਂ, ਕਾਂਗਰਸ ਦੀ ਹਕੂਮਤ ਤੋਂ, ਤੇ ਫਿਰ ਉਹ ਹੌਲੀ ਹੌਲੀ ਨਾਰਾਜ਼ਗੀ ਵੱਲ ਉਹ ਨਾਰਾਜ਼ਗੀ ਦੇ ਚੱਲਦੇ ਐਮਐਲਏ ਨੇ ਦੇਖਿਆ ਕਿ ਯਾਰ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਲੀਡਰ ਰਿਹਾ, ਆਪਾਂ ਤਾਂ ਅੱਗੇ ਨਹੀਂ ਚੱਲਦੇ। ਤੇ ਹਾਈ ਕਮਾਂਡ ਦੇ ਵਿੱਚੋਂ ਰਾਹੁਲ ਹੋਰੀ ਚਾਹੁੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕੀਤਾ ਜਾਵੇ ਤੇ ਬੰਦਾ ਆਪਦਾ ਲਿਆਂਦਾ ਜਾਵੇ ਕੋਈ। ਉਹਨਾਂ ਨੇ ਇਸ ਮੌਕੇ ਨੂੰ ਇਸਤੇਮਾਲ ਕੀਤਾ ਤੇ ਫਿਰ ਕੈਪਟਨ ਅਮਰਿੰਦਰ ਨੂੰ ਲਾਉਣ ਦਾ ਫੈਸਲਾ ਹੋ ਗਿਆ। ਬਗਾਵਤ ਹੋ ਗਈ ਜੀ। ਬਗਾਵਤ ਜਿਹਨੂੰ ਜਿਸ ਬੰਦੇ ਨੇ ਕਿਹਾ ਬਗਾਵਤ ਨੂੰ ਹੁਣ ਕਿਵੇਂ ਅੰਜਾਮ ਕਿਵੇਂ ਦਿੱਤਾ, ਦੇਖਣ ਵਾਲੀ ਗੱਲ ਹੈ। ਕਾਂਗਰਸ ਪਾਰਟੀ ਦੀ ਕਬਰ ਪੁੱਟਣ ਵਾਸਤੇ 2 ਇੰਚਾਰਜ ਲਾਏ ਜੀ ਰਾਹੁਲ ਗਾਂਧੀ ਨੇ। ਪਹਿਲਾਂ ਤਾਂ ਲਾਇਆ ਜੀ ਹਰੀਸ਼ ਰਾਵਤ, ਉਹ ਉੱਤਰਾਖੰਡ ਚੋਂ ਆਇਆ ਸੀ, ਬਿਲਕੁਲ ਘਰੇ ਬੈਠਾ ਸੀਗਾ, ਰੁੱਸਿਆ ਵਾ ਨਵਜੋਤ ਸਿੰਘ ਸਿੱਧੂ। ਇਹਨੂੰ ਆ ਕੇ ਉਹਨੇ ਖੜਾ ਕੀਤਾ ਵੀ ਪਾਣੀ ਪੀ, ਧਾਣੀ ਪੀ, ਰੋਟੀ ਪਾਣੀ ਖਾ ਤੇ ਖੋ, ਤਕੜਾ ਹੋ ਤੇ ਲੜਾਈ ਲੜਨੀ ਹੈ। ਖਰਖਰਾ ਫੇਰ ਕੇ ਉਹਨੂੰ ਤਿਆਰ ਕਰਕੇ, ਹਾਲਾਂਕਿ ਉਹ ਮਤਲਬ ਇੰਨਾ ਜੇ ਉਹਦੇ ਚ ਨਹੀਂ ਸੀ, ਉਹਨੂੰ ਤਿਆਰ ਕਰਕੇ ਦੱਸ ਕੇ ਇਹ ਕਿ ਉੱਪਰੋਂ ਫੈਸਲਾ ਹੋ ਗਿਆ ਤੇ ਤੈਨੂੰ ਅਸੀਂ ਕੁਛ ਨਾ ਕੁਛ ਕਰਾਂਗੇ, ਤੂੰ ਆਦਾ ਸ਼ੁਰੂ ਹੋ। ਉਹ ਖੜਾ ਹੋ ਗਿਆ। ਉਹ ਖੜਾ ਹੋ ਕੇ ਫਿਰ ਦੂਜੇ ਨਾਲ ਜਿਹੜੇ ਹੈਗੇ ਆ ਬੰਦੇ ਕੁਛ ਹੋਰ ਭੇਜੇ ਤੇ ਉਹਨਾਂ ਬੰਦੇ ਨੇ ਆ ਕੇ ਸਾਰੀ ਉਹ ਬਗਾਵਤ ਵਾਲੀ ਗੱਲ ਫਿੱਟ ਕਰਤੀ। ਚਲੋ ਜੀ, ਕੈਪਟਨ ਅਮਰਿੰਦਰ ਸਿੰਘ ਲੈ ਗਿਆ, ਸੁਨੀਲ ਜਾਖੜ ਲੈ ਗਿਆ ਤੇ ਪ੍ਰੈਜ਼ੀਡੈਂਟ ਬਣ ਗਿਆ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਬਣ ਗਿਆ ਚਰਨਜੀਤ ਸਿੰਘ ਚੰਨੀ, ਤੇ ਉਹ ਤੋਂ ਬਾਅਦ ਉਹ ਤਾਂ ਚਲਾ ਗਿਆ ਹਰੀਸ਼ ਰਾਵਤ ਤੇ ਹਰੀਸ਼ ਚੌਧਰੀ ਨੂੰ ਲਾਤਾ। ਅੱਛਾ, ਰਾਵਤ ਦੀ ਥਾਂ ਤੇ ਚੌਧਰੀ ਆ। ਇਹ ਰਾਜਸਥਾਨ ਦਾ ਹੈ ਤੇ ਹਰੀਸ਼ ਚੌਧਰੀ ਹੈ ਕੀ ਚੀਜ਼ ਮੈਨੂੰ ਕਹਿਣ ਦੀ ਲੋੜ ਨਹੀਂ। ਉਹ ਖਡੂਰ ਸਾਹਿਬ ਤੋਂ ਪਾਰਲੀਮੈਂਟ ਦਾ ਮੈਂਬਰ ਹੈ ਜਸਵੀਰ ਸਿੰਘ ਡਿੰਪਾ। ਉਹਨੇ ਪਿਛਲੇ ਦਿਨਾਂ 'ਚ ਕਹਿ ਦਿੱਤਾ ਸੀ ਕਿ ਕੋਈ ਜਿਹੜਾ ਬਾੜਮੇਰ ਦਾ ਠੱਗ ਬੈਠਾ ਨਾ, ਸਾਡੀ ਪਾਰਟੀ ਦਾ ਬੇੜਾ ਗਰਕ ਉਹਨੇ ਕੀਤਾ। ਅੱਛਾ ਚਲੋ, ਫਿਰ ਇੱਥੇ ਜੀ ਇਲੈਕਸ਼ਨ ਲੜੀ ਗਈ। ਕਾਂਗਰਸ ਪਾਰਟੀ ਨੇ ਫੈਸਲਾ ਕਰ ਲਿਆ ਸੀ ਭਾਈ ਅਸੀਂ ਤਾਂ ਹਾਰਨਾ ਹੀ ਹਾਰਨਾ। ਅੱਛਾ ਜੀ, ਸਾਨੂੰ ਤਾਂ ਮਤਲਬ ਜਿਹੜੀ ਹੈਗੀ ਵੋਟਾਂ ਚਾਹੀਦੀਆਂ ਹੀ ਨਹੀਂ। ਲੋਕਾਂ ਨੇ ਦੇਖਿਆ ਵੀ ਇਹਨਾਂ ਨੇ ਤਾਂ ਹਾਰਨ ਦਾ ਫੈਸਲਾ ਕਰ ਲਿਆ, ਆਪਸ ਵਿੱਚ ਲੜੀ ਜਾਂਦੇ ਹੈ, ਬਿਹਤਰ ਇਹ ਹੈ ਕਿ ਆਪਾਂ ਕੋਈ ਹੋਰ ਧਿਰ ਚੁਣ ਲਓ। ਅਕਾਲੀ ਦਲ ਨੂੰ ਉਹ ਵੀ ਨਹੀਂ ਚਾਹੁੰਦੇ ਸੀ, ਉਹਨਾਂ ਨੇ ਆਮ ਆਦਮੀ ਪਾਰਟੀ ਚੁਣ ਲਈ ਤੇ ਸੀਟਾਂ ਲੈ ਲਈਆਂ 92 ਜੀ। ਆਮ ਆਦਮੀ ਪਾਰਟੀ ਜਦੋਂ ਚੁਣ ਲਈ ਤੇ ਉਦੋਂ ਬਾਅਦ ਬੈਠਣਾ ਤਾਂ ਚਾਹੀਦਾ ਤਾਂ ਇਹ ਸੀ ਕਿ ਸਿਰ ਜੋੜ ਕੇ ਬੈਠਦੇ ਕਿ ਭਾਈ ਆਪਾਂ ਆਪਦੀ ਪਾਰਟੀ ਨੂੰ ਕੁਛ ਨਾ ਕੁਛ ਕਰੀਏ। ਕਾਂਗਰਸ ਪਾਰਟੀ ਚੋਣ ਭਾਵੇਂ ਹਾਰ ਗਈ ਜੀ, ਪਰ ਉਹਦਾ ਨਤੀਜਾ ਕੀ ਹੋਇਆ ਕਿ ਚੋਣ ਹਾਰਨ ਦੇ ਬਾਵਜੂਦ ਵੀ ਵਿਰੋਧੀ ਧਿਰ ਦਾ ਰੁਤਬਾ ਉਹਦੇ ਕੋਲੇ ਰਹਿ ਗਿਆ। ਹਾਲਾਂਕਿ ਉਹ ਵੀ ਰੱਖਣਾ ਨਹੀਂ ਚਾਹੁੰਦੇ। 18 ਸੀਟਾਂ ਉਹਨਾਂ ਕੋਲੇ ਆ ਗਈਆਂ ਤੇ ਵਿਰੋਧੀ ਧਿਰ ਦਾ ਉਹਨਾਂ ਕੋਲੇ ਰੁਤਬਾ ਮਿਲ ਗਿਆ। ਚਲੋ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਆਗੂ ਹੈ ਤੇ ਉਹਦੇ ਕੋਲੇ ਉਹ ਮੰਤਰੀ ਦਾ ਵੀ ਸਟੇਟਸ ਇਹਨਾਂ ਨੂੰ ਗੱਡੀਆਂ ਮਿਲ ਗਈਆਂ ਹੋਣਗੀਆਂ ਮੇਰੇ ਖਿਆਲ। ਹੁਣ ਤੱਕ ਤਾਂ ਕੋਠੀ ਵੀ ਸਰਕਾਰੀ ਮਿਲ ਗਈ ਹੋਣੀ ਹੈ। ਖੈਰ, ਉਹ ਜਦੋਂ ਸਾਰਾ ਕੁਛ ਹੋਇਆ ਤੇ ਹੁਣ ਹਰੀਸ਼ ਚੌਧਰੀ ਹੈ ਜਿਹੜਾ, ਉਹਨੇ ਇੱਕ ਚਿੱਠੀ ਲਿਖ ਦਿੱਤੀ ਸੋਨੀਆ ਗਾਂਧੀ ਨੂੰ ਜੀ।
ਉਹ ਕਹਿੰਦਾ ਜੀ ਜਿਹੜਾ ਇਹ ਸੁਨੀਲ ਜਾਖੜ ਹੈ ਨਾ, ਇਹ ਸੁਨੀਲ ਜਾਖੜ ਬੰਦਾ ਬੜਾ ਖਰਾਬ ਹੈ। ਸੁਨੀਲ ਜਾਖੜ ਨੇ ਕਹਿੰਦਾ ਕਾਂਗਰਸ ਪਾਰਟੀ ਦਾ ਪੱਠਾ ਬਹਾਤਾ ਜੀ। ਇੱਕ ਤਾਂ ਕਹਿੰਦਾ ਸੁਨੀਲ ਜਾਖੜ ਨੇ ਚੱਲਦੀ ਚੋਣ ਦੇ ਦੌਰਾਨ ਮਾਮਲਾ ਹਿੰਦੂ ਸਿੱਖ ਦਾ ਬਣਾਤਾ। ਅੱਛਾ ਜੀ। ਉਹ ਹੁਣ ਗੱਲ ਹੈ ਬਿਮਾਰੀ ਨਹੀਂ, ਬਿਮਾਰੀ ਦੀ ਜੜ ਨਹੀਂ ਫੜਦੀ। ਹਿੰਦੂ ਸਿੱਖ ਦਾ ਮਾਮਲਾ ਕਦੇ ਵੀ ਸੁਨੀਲ ਜਾਖੜ ਨਹੀਂ ਬਣਾਇਆ। ਸੁਨੀਲ ਜਾਖੜ ਨੂੰ ਜਿੱਥੋਂ ਤੱਕ ਆਪਾਂ ਜਾਣਦੇ ਹਾਂ, ਸੁਨੀਲ ਜਾਖੜ ਦਾ ਮੇਰਾ ਖਿਆਲ ਵੀ ਘੱਟੋ ਘੱਟ ਆਪਣਾ ਦੋਵਾਂ ਨਾਲੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਬਿਲਕੁਲ ਠੀਕ ਹੈ। ਉਹ ਜਦੋਂ ਵੀ ਆਪਦੀ ਤਕਰੀਰ ਕਰਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਦੇ ਨਾਲ ਸ਼ੁਰੂ ਕਰਦਾ ਤੇ ਵਾਹਿਗੁਰੂ ਜੀ ਕੇ ਖਾਲਸਾ ਦੇ ਨਾਲ ਉਹ ਬੰਦ ਕਰਦਾ ਸੀ। ਸਾਡੀ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਜਿਹੜਾ ਲੰਗਰ ਚਲਾਇਆ ਜਾਂਦਾ ਸੀ, ਉਹ ਤੇ ਜਦੋਂ GST ਲੱਗਿਆ ਵਾ ਸਾਡੇ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨਾਲੋਂ ਸੁਨੀਲ ਜਾਖੜ ਨੇ ਉਦੋਂ ਗੁਰਦਾਸਪੁਰ ਤੋਂ ਜਿੱਤ ਕੇ ਆਇਆ ਜੀ ਜੀ ਬਿਲਕੁਲ ਇਹਨੇ ਸਭ ਤੋਂ ਜ਼ਿਆਦਾ ਰੌਲਾ ਪਾ ਕੇ ਉਹ ਸਾਰਾ ਬੰਦ ਕਰਵਾਇਆ। ਹੁਣ ਉਸ ਬੰਦੇ ਦੇ ਉੱਤੇ ਇਲਜ਼ਾਮ ਇਹ ਲਾਉਣਾ ਕਿ ਉਹ ਹਿੰਦੂ ਸਿੱਖ ਦਾ ਮਾਮਲਾ ਬਣਾਇਆ, ਉਹ ਇਲਜ਼ਾਮ ਨਹੀਂ, ਅਸਲ ਦੇ ਵਿੱਚ ਉਹਨੇ ਆਪਣਾ ਦਰਦ ਬਿਆਨ ਕੀਤਾ ਸੀ। ਦਰਦ ਬਿਆਨ ਇਹ ਕੀਤਾ ਸੀ ਕਿ ਜਦੋਂ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਲਾਤਾ ਤੇ ਹਾਈ ਕਮਾਂਡ ਆਪ ਹੀ ਪੁੱਛਣ ਲੱਗੀ ਵੀ ਦੱਸੋ ਜੀ ਮੁੱਖ ਮੰਤਰੀ ਕਿਹਨੂੰ ਬਣਾਈਏ, ਉਹ ਤਾਂ ਬਾਲੇ ਬਣ ਗਏ ਨਾ ਡੈਮੋਕ੍ਰੇਟਿਕ। ਉਹ ਸਾਰਿਆਂ ਨੂੰ ਪੁੱਛਣ ਲੱਗੇ ਤੇ ਨਾਂ ਦਿੱਤੇ 4-5 ਜੀ। ਇੱਕ ਦਿੱਤਾ ਜੀ ਨਵਜੋਤ ਸਿੰਘ ਸਿੱਧੂ ਦਾ, ਇੱਕ ਦਿੱਤਾ ਸੁਖਜਿੰਦਰ ਸਿੰਘ ਰੰਧਾਵੇ ਦਾ, ਇੱਕ ਦੇ ਦਿੱਤਾ ਆਪਣੇ ਦਾ ਸੁਨੀਲ ਜਾਖੜ ਦਾ, ਇੱਕ ਦੇ ਦਿੱਤਾ ਬੀਬੀ ਪ੍ਰਨੀਤ ਕੌਰ ਦਾ ਤੇ ਇੱਕ ਦਿੱਤਾ ਚਰਨਜੀਤ ਸਿੰਘ ਚੰਨੀ ਦਾ। 5 ਮੈਂਬਰਾਂ ਚੋਂ ਸਭ ਤੋਂ ਵੱਧ ਜਿਹੜੇ ਹੈ ਜੀ, ਸਭ ਤੋਂ ਵੱਧ MLA ਜਿਹੜੇ ਹੈਗੇ 42 MLA ਨੇ ਕਹਿਤਾ ਜੀ ਸੁਨੀਲ ਜਾਖੜ ਨੂੰ ਬਣਾ ਦਿਓ, ਮੁੱਖ ਮੰਤਰੀ ਬਣਾ ਦਿਓ। ਹੁਣ ਇਹ ਹਿੰਦੂ ਸਿੱਖ ਦਾ ਮਸਲਾ ਕਿੱਥੇ ਸ਼ੁਰੂ ਕੀਤਾ, ਕਿਹਨੇ ਕੀਤਾ? ਉਹ ਅੰਬਿਕਾ ਸੋਨੀ ਨੇ ਕੀਤਾ। ਅੰਬਿਕਾ ਸੋਨੀ ਕਹਿੰਦੀ ਵੀ ਸੁਨੀਲ ਜਾਖੜ ਨੂੰ ਬਣਾਉਂਗੇ ਕਿਵੇਂ, ਇਹ ਤਾਂ ਸਿੱਖ ਨਹੀਂ ਹੈ। ਜੇ ਤਾਂ ਕਹਿੰਦੇ ਉਹ MLA ਨਹੀਂ ਤਾਂ ਗੱਲ ਠੀਕ ਸੀ, ਜਦੋਂ ਉਹਦੇ ਤੇ ਕਹਤਾ ਵੀ ਇਹ ਸਿੱਖ ਨਹੀਂ ਹੈ, ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ, ਉਹਦੇ ਤੇ ਉਹਨੇ ਗਿਲਾ ਜ਼ਾਹਰ ਕੀਤਾ। ਉਹਨੇ ਕਿਹਾ ਯਾਰ ਕਿੱਥੇ ਉਹ ਦਿੱਲੀ ਬੈਠੇ ਕੀ ਕਰੀ ਜਾਂਦੇ ਆ, ਪੰਜਾਬ ਦੇ ਵਿੱਚ ਤਾਂ ਹਿੰਦੂ ਸਿੱਖ ਵਾਲੀ ਗੱਲ ਹੀ ਨਹੀਂ, ਕਿਉਂ ਇਹ ਕੀ ਗੱਲ ਕਰਦੇ ਆ? ਮੈਂ ਇੱਕ ਸੈਕੂਲਰ ਬੰਦਾ, ਮੈਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਮੁਤਾਬਕ ਚੱਲਣ ਵਾਲਾ ਬੰਦਾ। ਕਹਿੰਦੇ ਜੀ ਇਹਨੇ ਹਿੰਦੂ ਸਿੱਖ ਦਾ ਮਸਲਾ ਖੜਾ ਹਾਈ ਕਮਾਂਡ ਨੇ ਕੀਤਾ। ਅੰਬਿਕਾ ਸੋਨੀ ਹੁਣ ਵੀ ਮੂਹਰੇ ਹੈ ਤੇ ਉਹ ਸਿਰ ਉਹਦੇ ਵੜਤਾ। ਉਸ ਤੋਂ ਬਾਅਦ ਫਿਰ ਇੱਕ ਤੁਹਾਡੇ ਯਾਦ ਹੋਣੀ ਹੈ ਚਰਨਜੀਤ ਸਿੰਘ ਚੰਨੀ ਦੇ ਪ੍ਰਤੀ ਨਾਰਾਜ਼ਗੀ ਤਾਂ ਉਹਨੇ ਆਪਦੀ ਪ੍ਰਗਟ ਕੀਤੀ ਬਿਲਕੁਲ ਕਿ ਇਹ ਬੰਦੇ ਨੂੰ ਤਾਂ ਜੀ ਵੋਟਾਂ ਹੀ 2 ਪਈਆਂ ਸੀ, ਇੰਨੀ ਗੱਲ ਕਹੀ ਹੈ, ਇਹ ਤੋਂ ਬਾਅਦ ਨਹੀਂ ਕਹੀ। ਬਾਅਦ ਦੇ ਵਿੱਚ G23 ਹੈ ਜਿਹੜਾ G23 ਦੇ ਬਾਰੇ ਗੱਲ ਕਰਦਿਆਂ ਉਹਨੇ ਕਿਹਾ ਜੀ ਇਹਨਾਂ ਬੰਦਿਆਂ ਨੂੰ ਸਿਰ ਤੇ ਨਾ ਚੜਾਓ, ਜਿਹੜੇ ਬੰਦੇ ਦੀ ਜਿਹੀ ਜਿਹੀ ਔਕਾਤ ਹੋਵੇ ਉਹਨੂੰ ਉੱਥੇ ਰੱਖਣਾ ਚਾਹੀਦਾ। ਉਹ ਕਹਿੰਦਾ G23 ਦੀ ਇੰਟਰਵਿਊ ਦੀ ਸਾਰੀ ਕੱਢ ਕੇ ਪੜ੍ਹ ਲਓ, ਇੰਟਰਵਿਊ ਦੇ ਵਿੱਚ G23 ਦੀ ਗੱਲ ਕਰੀ ਜਾਂਦੇ। ਉਹ ਕਹਿੰਦੇ ਜੀ ਆਹਾ ਇਹ ਤਾਂ ਕਮਾਲ ਹੀ ਕਰਤੀ। ਜਾਖੜ ਨੇ ਤਾਂ ਕਹਿੰਦਾ ਚਰਨਜੀਤ ਚੰਨੀ ਨੂੰ ਤੇ ਦਲਤਾਂ ਨੂੰ ਕਹਿਤਾ ਵੀ ਇਹਨਾਂ ਦੀ ਜਿਹੜੀ ਥਾਂ ਇਹਨਾਂ ਨੂੰ ਉੱਥੇ ਰੱਖੋ, ਸਿਰ ਤੇ ਕਿਉਂ ਚੜਾਉਣੀ। ਇਹ ਉਹਦੇ ਤੇ ਇੱਕ ਕੇਸ ਬਣਾਤਾ, ਜਾਲੀ ਕੇਸ ਬਣਾ ਕੇ ਤੇ ਉਹਦੇ ਖਿਲਾਫ ਪਹਿਲਾਂ ਤਾਂ ਜੀ ਰਾਜਕੁਮਾਰ ਵੇਰਕਾ ਨੇ ਲਾ ਕਰਤੀ, ਉਹਨੇ ਤਾੜੀ ਮਾਰਤੀ ਬੇ ਦੇਖੋ ਜੀ ਤਾਂ ਦਲਤਾਂ ਦੀ ਬੇਇੱਜ਼ਤੀ ਕਰਤੀ। ਫਿਰ ਨਾਲ ਗੁਰਕੀਰਤ ਕੋਟਲੀ ਵੀ ਚੱਲ ਪਿਆ, ਫਿਰ ਉਹਦੇ ਖਿਲਾਫ ਮੁਜ਼ਾਹਰੇ ਵੀ ਕਰਾਉਣੇ ਸ਼ੁਰੂ ਕਰ ਦਿੱਤੇ, ਸਾਰਾ ਕੁਝ ਕਰਤਾ। ਹੁਣ ਮੈਨੂੰ ਦਾਨੇਵਾਲੀਆ ਸਾਹਿਬ ਦੱਸੋ ਕਿ ਜਿਹੜਾ ਰਾਜਕੁਮਾਰ ਵੇਰਕਾ ਹੈ ਬੰਦਾ ਆਪਾਂ ਉਹਨੂੰ ਚੰਗਾ ਸਮਝਦੇ ਆ, ਪਰ ਉਹ ਹਮੇਸ਼ਾ ਜਿਹੜਾ ਹੈਗਾ ਉਹ ਸੱਤਾ ਨਾਲ ਹੈ ਬਿਲਕੁਲ। ਜਦੋਂ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਉਹਦੇ ਨਾਲ ਸੀ, ਮਤਲਬ ਐਨ ਬੂਰ ਲਾਦਾ ਤੂੰ ਸੀ। ਚੰਨੀ ਆ ਗਿਆ ਤਾਂ ਫਿਰ ਉਹ ਚੰਨੀ ਨਾਲ ਹੋ ਗਿਆ। ਹੁਣ ਉਹਨੂੰ ਜਿਹੜਾ ਉਹਨੇ ਉਹ ਬੋਲਿਆ, ਅਸਲ ਦੇ ਵਿੱਚ ਉਹ ਨਹੀਂ ਬੋਲਿਆ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰਾ ਯਾਰ ਬੋਲਦਾ। ਉਹਨੂੰ ਬੁਲਾਇਆ ਗਿਆ ਵੀ ਤੂੰ ਬੋਲ, ਉਹਨੂੰ ਬੁਲਾ ਕੇ ਤੇ ਫਿਰ ਉਹਦੇ ਖਿਲਾਫ ਕੇਸ ਬਣਾ ਕੇ ਤੇ ਇਹ ਭੇਜਤਾ ਜਾਖੜ ਦਾ ਕੇਸ ਸੋਨੀਆ ਗਾਂਧੀ ਕੋਲ। ਸੋਨੀਆ ਗਾਂਧੀ ਕਹਿੰਦੀ ਜੀ ਇਹਦੀ ਪੜਤਾਲ ਕਰੋ। ਉਹਨੇ ਡਿਸਪਲਿਨਰੀ ਕਮੇਟੀ ਨੂੰ ਭੇਜਤਾ ਜੀ। ਡਿਸਪਲਿਨਰੀ ਕਮੇਟੀ ਦਾ ਚੇਅਰਮੈਨ ਜਿਹੜਾ ਹੈਗਾ ਜੀ ਉਹ ਹੈ AK ਐਂਟਨੀ ਹੋਰਾਂ ਨੇ ਉੱਥੇ ਸੋਚ ਵਿਚਾਰ ਕੀਤੀ। ਸੋਚ ਵਿਚਾਰ ਕਰਨ ਤੋਂ ਬਾਅਦ ਕਹਿੰਦੇ ਆ ਕਰੋ ਜੀ ਨੋਟਿਸ ਦੇ ਦਿਓ, ਉਹਨੂੰ ਪੁੱਛ ਕਿਉਂ ਨਾ ਤੇਰੇ ਖਿਲਾਫ ਹੁਣ ਸ਼ਾਸਨਕ ਕਾਰਵਾਈ ਕੀਤੀ ਜਾਵੇ, ਜਿਹੜਾ ਗੁਨਾਹ ਉਹਨੇ ਕੀਤਾ ਹੀ ਨਹੀਂ ਜੀ, ਉਹਦਾ ਗੁਨਾਹਗਾਰ ਬਣਾ ਕੇ ਤੇ ਉਹਨੂੰ ਨੋਟਿਸ ਭੇਜਤਾ ਤੇ ਉਹਨੂੰ ਕਹਿੰਦਾ ਜੀ 7 ਦਿਨਾਂ ਦੇ ਵਿੱਚ ਜਵਾਬ ਦਿਓ। ਉਹ ਜਵਾਬ ਉਹਨਾਂ ਨੇ ਕੱਲ ਸ਼ਾਮ ਤੱਕ ਦੇਣਾ ਸੀ ਉਹ ਸੋਮਵਾਰ ਤੱਕ। ਤੇ ਉਹਨੇ ਜੀ ਕਾਹਦਾ ਜਵਾਬ ਦੇਣਾ ਸੀ? ਹੁਣ ਇਸ ਵੇਲੇ ਜਿਹੜੀ ਉਹਦੀ ਜਿਹੜੀ ਤਾਰਕ ਅਨਵਰ ਜਿਹੜਾ ਹੈਗਾ ਉਹ ਡਿਸਪਲਿਨਰੀ ਕਮੇਟੀ ਦਾ ਮੈਂਬਰ ਸੈਕਟਰੀ ਹੈ। ਅੱਛਾ ਜੀ। ਉਹਨੂੰ ਪੁੱਛ ਲਿਆ ਪੱਤਰਕਾਰਾਂ ਨੇ ਵੀ ਸੁਨੀਲ ਜਾਖੜ ਦਾ ਜਵਾਬ ਆ ਗਿਆ? ਉਹ ਕਹਿੰਦਾ ਜੀ ਨਹੀਂ ਆਇਆ ਨਹੀਂ। ਹੁਣ ਇਹ ਕਰਨਗੇ ਕੀ ਜੀ? ਕਰਨਗੇ ਕਿ ਜੇ ਤਾਂ ਹੁਣ ਇਹਨਾਂ ਨੂੰ ਥੁੱਕਿਆ ਚੱਟਣਾ ਪਊ, ਜਾਂ ਤਾਂ ਵੀ ਚੁੱਪ ਹੀ ਕਰ ਜੋ, ਆਪਾਂ ਲੈਣਾ ਕੀ ਹੈ, ਕਿਉਂਕਿ ਪਹਿਲਾਂ ਵੀ ਚੁੱਪ ਕਰ ਗਏ। ਮੈਂ ਗੱਲ ਕਰਕੇ ਹਟਿਆ ਜਸਵੀਰ ਸਿੰਘ ਡਿੰਪਾ ਦੀ, ਉਹਨੇ ਜੇ ਬਾੜਮੇਰ ਦਾ ਠੱਗ ਕਹਿਤਾ ਉਹਦੇ ਖਿਲਾਫ ਨਾ ਕਿਸੇ ਨੇ ਸ਼ਿਕਾਇਤ ਕੀਤੀ ਨਾ ਕੋਈ ਬੋਲੇ। ਪ੍ਰਨੀਤ ਕੌਰ ਉਹ ਪਾਰਲੀਮੈਂਟ ਦੀ ਮੈਂਬਰ ਹੈ ਕਾਂਗਰਸ ਪਾਰਟੀ ਦੀ ਅੱਜ ਵੀ, ਉਹਦੇ ਘਰ ਵਾਲੇ ਨੇ ਬਾਹਰ ਨਿਕਲ ਕੇ BJP ਨਾਲ ਸਮਝੌਤਾ ਵੀ ਕਰ ਲਿਆ, ਆਪ ਵੀ ਅਲੱਗ ਪਾਰਟੀ ਬਣਾ ਲਈ। ਬੀਬੀ ਪ੍ਰਨੀਤ ਕੌਰ ਨੇ ਆਪਣੀ ਪਾਰਟੀ ਜਿਹੜੀ ਉਹਨਾਂ ਦੇ ਘਰ ਵਾਲੇ ਦੀ ਪਾਰਟੀ ਹੈ ਪੰਜਾਬ ਲੋਕ ਕਾਂਗਰਸ, ਉਹਦੇ ਵਾਸਤੇ ਕੰਪੇਨ ਵੀ ਕੀਤੀ ਤੇ ਉਹਨੂੰ ਇਸੇ ਹਰੀਸ਼ ਚੌਧਰੀ ਨੇ ਨੋਟਿਸ ਦਿੱਤਾ ਸੀ। ਅੱਛਾ ਜੀ। ਵੀ ਇਹਦਾ ਜਵਾਬ ਦੇ, ਤੇ ਉਹਨੇ ਬੀਬੀ ਨੇ ਵੀ ਉਹਦਾ ਨੋਟਿਸ ਦਾ ਜਵਾਬ ਨਹੀਂ ਦਿੱਤਾ, ਨਾ ਪ੍ਰਨੀਤ ਕੌਰ ਨੇ ਜਵਾਬ ਦਿੱਤਾ ਹੈ।
ਡਿੰਪੇ ਨੂੰ ਪੁੱਛਿਆ ਕਿਸੇ ਨੇ ਨਹੀਂ। ਤੇ ਸੁਨੀਲ ਜਾਖੜ ਇੱਕ ਕਦਾਵਰ ਲੀਡਰ ਹੈ। ਅੱਛਾ ਜੀ। ਸੁਨੀਲ ਜਾਖੜ ਪੰਜਾਬ ਦੇ ਵਿੱਚ ਇੱਕ ਉਹ ਬੰਦਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਵਿੱਚ ਵੀ ਮਕਬੂਲ ਹੈ ਤੇ ਸਿੱਖ ਭਾਈਚਾਰੇ 'ਚ ਵੀ ਮਕਬੂਲ ਹੈ। ਫੈਸਲਾ ਉਹ ਪਹਿਲਾਂ ਹੀ ਕਰੀ ਬੈਠਾ, ਕਹਿੰਦਾ ਜੀ ਮੈਂ ਤਾਂ ਐਕਟਿਵ, ਜਦੋਂ ਉਹਦੇ ਨਾਲ ਇਹ ਹੋ ਗਿਆ ਉਹ ਕਹਿੰਦਾ ਮੈਂ ਐਕਟਿਵ ਪੋਲਿਟਿਕਸ ਤੋਂ ਸੰਨਿਆਸ ਲੈ ਲਿਆ। ਉਹ ਮੈਂਬਰ ਹੈਗਾ ਮੈਂ ਕਾਂਗਰਸ ਪਾਰਟੀ ਦਾ ਜੀ। ਉਹਨੇ ਭੇਜਿਆ ਨਹੀਂ ਜੀ, ਹੁਣ ਸੱਪ ਦੇ ਮੂੰਹ 'ਚ ਆ ਗਈ ਕੋੜ ਕਿਰਲੀ। ਜੇ ਤਾਂ ਸੁਨੀਲ ਜਾਖੜ ਨੂੰ ਰੱਖਦੇ ਹੈ ਜੀ ਫਿਰ ਜਮਾ ਜ਼ੀਰੋ ਹੁੰਦੇ ਪਹਿਲਾਂ ਹੋਈ ਵੇ, ਤੇ ਜੇ ਉਹਨੂੰ ਕੱਢਦੇ ਹੈ ਉਹ ਸ਼ਹੀਦ ਬਣਦਾ। ਬਿਲਕੁਲ ਠੀਕ ਹੈ, ਉਹ ਸ਼ਹੀਦ ਬਣੂਗਾ ਤੇ ਉਹਨੂੰ ਤਾਂ ਪਾਰਟੀਆਂ ਲੈਣ ਵਾਸਤੇ ਹੱਥ ਕੱਢੀ ਜਾਂਦੀਆਂ। ਹਾਂ ਬਿਲਕੁਲ। ਆਮ ਆਦਮੀ ਪਾਰਟੀ ਵਾਲੇ ਵੀ ਉਹਦੇ ਮਗਰ ਫਿਰਦੇ ਸੀ ਔਰ ਉਹਦੇ ਆਮ ਆਦਮੀ ਪਾਰਟੀ ਨੂੰ ਵੀ ਲੀਡਰ ਚਾਹੀਦਾ ਪੰਜਾਬ। ਬਿਲਕੁਲ ਚਾਹੀਦਾ। ਉਹਦੇ ਮਗਰ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਹਿੰਦੇ ਜੀ ਫਿਰਦੇ। ਇਹ ਸਥਿਤੀ ਹੈ ਜੀ। ਮਤਲਬ ਕੁੱਲ ਮਿਲਾ ਕੇ ਆਪਾਂ ਦੇਖੀਏ, ਉਹ ਕਹਿੰਦੇ ਨੇ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ। ਇਹਨੂੰ ਮਤਲਬ ਜੇ ਪੰਜਾਬ ਦੀ ਕਾਂਗਰਸ ਦਾ ਬੇੜਾ ਗਰਕ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਰਾਹੁਲ ਤੇ ਪ੍ਰਿੰਕਾ ਦਾ ਤੇ ਫਿਰ ਨਾਲ ਜਿਹੜੇ ਹੈਗੇ ਆ ਦੋ ਨਾਲ ਉਹਨਾਂ ਨੇ ਲਾਇਆ। ਜਿਹੜਾ ਕੋਈ ਬੇਰਫਜ਼ਦੀ ਗੱਲ ਹੈ ਜੇ ਮਾਲਕੀ ਘਰ ਆਪਦੇ ਮੁਖਤਿਆਰਾਂ ਨੇ ਮਤਲਬ ਜਾੜਤੇ ਜੀ। ਮੁਖਤਿਆਰਾਂ ਨੇ ਜਿਹੜੀ ਹੈਗੀ ਆ ਤੇ ਹੁਣ ਢਿੱਲੋਂ ਸਾਹਿਬ ਨਵਜੋਤ ਸਿੰਘ ਸਿੱਧੂ ਵੀ ਕਾਫੀ ਸਰਗਰਮ ਹੁਣ ਫੇਰ ਹੋਇਆ ਫਿਰਦਾ। ਇਹਨੂੰ ਕੀ ਲੈ ਕੇ ਚੱਲਦੇ ਹੋ? ਉਹਦੇ ਚ ਕੋਈ ਨਵੀਂ ਪਾਰਟੀ ਜਾਂ ਕੋਈ ਬੀਜੇਪੀ ਨਾਲ ਸਲਾਹਤਾ ਵੀ ਕਰ ਰਹੇ ਨੇ ਵੱਖ-ਵੱਖ? ਅੱਜ ਆਪਾਂ ਦੇਖਿਆ ਹੀ ਹੈ ਵੀ ਨਹੀਂ, ਸਲਾਹਤਾ ਜਿਹੜੀ ਉਹਨੇ ਬੀਜੇਪੀ ਦੀ ਨਹੀਂ ਕੀਤੀ, ਐਕਚੁਅਲੀ ਉਹਨੇ ਇੱਕ ਬੰਦੇ ਦੀ ਸਲਾਹਤਾ ਕੀਤੀ, ਨਿਤਨ ਗਡਕਰੀ ਦੀ ਜੀ। ਉਹਨੇ ਕਿਹਾ ਕਿ ਜਿਹੜੀ ਗੱਲ ਸਾਡੇ ਸਾਹਮਣੇ ਹੈ ਜੀ ਪੋਜ਼ਿਟਿਵ ਗੱਲ ਹੈ। ਉਹਨੇ ਵੈਸੇ ਉਹਦੇ ਵਾਸਤੇ ਉਹਨੇ ਦਲੀਲ ਦਿੱਤੀ। ਉਹਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਬਠਿੰਡੇ ਆਉਣ ਤੇ 4 ਘੰਟੇ ਲੱਗਦੇ ਜੀ ਤੇ ਅੱਜ ਆ ਗਏ ਪੌਣੇ 2 ਘੰਟੇ 'ਚ। ਜੇ ਪੌਣੇ 2 ਘੰਟੇ 'ਤੇ ਆਏ ਤਾਂ ਕਿਉਂ ਆਏ? ਕਿਉਂਕਿ ਹਾਈਵੇ ਬਣੇ ਜੀ। ਤੇ ਹਾਈਵੇ ਕਿਹਨੇ ਬਣਾਏ? ਹਾਈਵੇ ਬਣਾਏ ਗਡਕਰੀ ਦੀ ਜਿਹੜੀ ਹੈ ਇਹ ਪ੍ਰਪੋਜ਼ਲ ਸੀ, ਉਹਦੀ ਸੋਚ ਸੀ। ਤਾਂ ਉਹਦੇ 'ਚ ਉਹ ਗੱਲ ਕਹਿ ਰਿਹਾ ਸੀਗਾ ਕਿ ਅਸਲ ਦੇ ਵਿੱਚ ਤੁਹਾਡੇ ਕੋਲੇ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਹੈ, ਤੁਹਾਡੇ ਕੋਲੇ ਕੋਈ ਮਤਲਬ ਜਿਹੜਾ ਹੈਗਾ ਰੋਡ ਮੈਪ ਹੋਣਾ ਚਾਹੀਦਾ ਜੀ। ਉਹਦੇ ਕੋਲੇ ਰੋਡ ਮੈਪ ਸੀ। ਉਹ ਕ੍ਰਿਟੀਸਾਈਜ਼ ਕਰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਕਹਿੰਦਾ ਰੋਡ ਮੈਪ ਤਾਂ ਕੋਈ ਹੈ ਨਹੀਂ, ਜਿਵੇਂ ਜੀ ਕਰਦਾ ਉਵੇਂ ਕਰੀ ਜਾਂਦੇ ਉਹ। ਪਰ ਇੱਕ ਗੱਲ ਇਹ ਹੈ ਕਿ ਨਵਜੋਤ ਸਿੱਧੂ ਇਸ ਵੇਲੇ ਲਾਮਬੰਦ ਕਰ ਰਹੇ ਜੀ। ਆਪਾਂ ਹੁਣ ਦੇਖੀ ਤੇ ਘੱਟੋ ਘੱਟ ਨਵਜੋਤ ਜਿੱਥੇ ਜਾਂਦਾ ਹੈ, ਇੱਕ ਤਾਂ ਹੈ ਕਿ ਉਹਦੇ ਵਿੱਚ ਉਹ ਸੈਲੀਬ੍ਰਿਟੀ ਤਾਂ ਹੈ ਹੀ ਹੈ ਜੀ, ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ। ਦੂਜਾ ਲੋਕਾਂ ਨੂੰ ਇਹ ਵੀ ਦਿਖੀ ਜਾਂਦਾ ਕਿ ਆ ਜਿਹੜੇ ਸਾਡੇ ਰਾਹੁਲ ਗਾਂਧੀ ਨੇ ਪੇਸ਼ ਪਾਤੇ ਇਹਨਾਂ ਦੇ ਵਿੱਚੋਂ ਤਾਂ ਕੋਈ ਕੱਢਣ ਪਾਉਣ ਨੂੰ ਕਿਸੇ ਦੇ ਵਿੱਚ ਕੱਖ ਹੈ ਨਹੀਂ। ਹਾਂਜੀ, ਆ ਵਿਚਾਰਾ ਬਣਾ ਦਿੱਤਾ ਰਾਜਾ ਵੜਿੰਗ ਬਣਾਤਾ। ਰਾਜਾ ਵੜਿੰਗ ਤੁਰਿਆ ਫਿਰਦਾ। ਰਾਜੇ ਵੜਿੰਗ ਦੀਆਂ ਵੀ ਲੱਤਾਂ ਖਿੱਚਣ ਵਾਲੇ ਕਿਹੜੇ ਥੋੜੇ? ਬਿਲਕੁਲ। ਉਹਦੇ ਵੀ ਬਥੇਰੇ, ਹਾਲੇ ਤੱਕ ਉਹਨੇ ਟੇਕ ਓਵਰ ਨਹੀਂ ਕੀਤਾ। ਉਹ ਤੋਂ ਪਹਿਲਾਂ ਇਕੱਲੇ ਬੰਦੇ ਦੇ ਘਰ ਜਾਂਦਾ ਰਿਹਾ। ਅੱਜ ਵੈਸੇ ਉਹਨੇ ਇਹ ਕਹਿ ਦਿੱਤਾ ਕਿ ਮੈਨੂੰ ਜਦੋਂ ਵੀ ਕਹੂਗਾ ਮੈਂ ਉਹਦਾ ਸਵਾਗਤ ਕਰੂੰਗਾ, ਪਲਕਾਂ ਤੇ ਬਿਠਾਊਂਗਾ। ਆਜੇ ਭਾਈ ਭਰਾ ਹੈ ਮੇਰਾ, ਛੋਟਾ ਭਰਾ ਹੈ। ਮੈਂ ਤਾਂ ਉਹਦੇ 25-75 ਵਾਲੀ ਗੱਲ ਵੀ ਕਹਿੰਦਾ ਮੈਂ ਇੱਥੇ ਕਹਿ ਕੇ ਗਿਆ ਸੀ, ਉਹਦੇ ਹੱਕ ਵਿੱਚ ਆਇਆ ਸੀ। ਪਰ ਗੱਲ ਇਹ ਹੈ ਕਿ ਨਵਜੋਤ ਸਿੱਧੂ ਚੁੱਪ ਕਰਕੇ ਬੈਠਣ ਵਾਲਾ ਨਹੀਂ ਜੀ। ਜੇ ਕਾਂਗਰਸ ਪਾਰਟੀ ਦਾ ਇਹੀ ਨਜ਼ਰੀਆ ਰਿਹਾ ਤਾਂ ਇਸ ਵੇਲੇ ਦਾਨੇਵਾਲ ਸਾਹਿਬ, ਆਪਾਂ ਰਾਜਨੀਤੀ ਦੇ ਮਾਹਰ ਤਾਂ ਨਹੀਂ, ਲੇਕਿਨ ਰਾਜਨੀਤੀ ਨੂੰ ਆਪਾਂ ਵੇਖਦੇ ਹਾਂ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਰੀਜਨਲ ਪਾਰਟੀ ਦਾ ਇੱਕ ਖਲਾ ਹੈ, ਬਿਲ ਹੈਗਾ ਬਹੁਤ ਵੱਡਾ ਖਲਾ। ਅਕਾਲੀ ਦਲ ਸਿੱਖ ਪੋਲਿਟਿਕਸ ਦਾ ਵੀ ਖਲਾ ਹੈ। ਰੀਜਨਲ ਪਾਰਟੀ ਪੰਜਾਬੀ, ਮੈਂ ਕਹਿੰਦਾ ਜੀ ਪੰਜਾਬ ਦੇ ਪੱਖ ਤੋਂ ਵੀ ਦੇਖਦੇ ਹਾਂ। ਪੰਜਾਬ ਦਾ ਜਿਹੜਾ ਯੋਗਦਾਨ ਰਿਹਾ ਰੀਜਨਲ ਪਾਰਟੀ ਦੀ ਬੱਲੇ ਬੱਲੇ ਹੁੰਦੀ ਸੀ। ਬਿਲਕੁਲ। ਇੱਥੇ ਰੀਜਨਲ ਪਾਰਟੀ ਦਾ ਇੱਕ ਅਧਿਕਾਰ ਹੁੰਦਾ ਸੀ ਜਦੋਂ ਰੀਜਨਲ ਪਾਰਟੀ ਹੁੰਦੀ ਸੀ। ਜਦੋਂ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਤੇ ਲੋਕਾਂ ਨੇ ਪਾਸੇ ਕੀਤੀ। 3 ਸੀਟਾਂ ਆਈਆਂ। 3 ਸੀਟਾਂ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ਜਾਂ ਉਹਦੇ ਨਾਲ ਜਿਹੜੇ ਬੰਦੇ ਲੱਗੇ ਹੋਏ ਇੰਨੀ ਤਾਂ ਗੱਲ ਜਾਣਦੇ ਆ ਕਿ ਜੇ ਖਾਲੀ ਜਗ੍ਹਾ ਖਾਲੀ ਹੋ ਗਈ ਉਹਨੇ ਨਾ ਭਰੀ, ਕੋਈ ਹੋਰ ਭਰ ਦੂਗਾ। ਉਹ ਫਿਰ ਜਗ੍ਹਾ ਭਰਨ ਵਾਸਤੇ ਮੇਰਾ ਖਿਆਲ ਤਿਆਰੀ ਉਹਦੀ ਹੈਗੀ ਆ, ਹੇਠਲੇ ਲੈਵਲ ਤੇ ਕਰਤੀ। ਜਿਵੇਂ ਅੱਜ ਉਹਨੇ ਗੱਲ ਵੀ ਕਹੀ ਹੈ ਕਿ ਹੁਣ ਮੈਂ ਲੀਡਰਾਂ ਨੂੰ ਮਿਲਣਾ ਹੈ, ਫਿਰ ਕਰਾਂਗੇ ਵਰਕਰ ਮੀਟਿੰਗਾਂ 100 150 ਦੀਆਂ 500 ਦੀਆਂ। ਉਹ ਤੋਂ ਬਾਅਦ ਫਿਰ ਕਹਿੰਦਾ ਰੈਲੀਆਂ ਕਰਾਂਗੇ। ਤੇ ਅਗਲੀ ਗੱਲ ਵੀ ਕਹਿੰਦਾ ਸਾਨੂੰ ਪਤਾ ਹੈ ਕਿ ਜਿਹੜੇ ਇਹ ਸੱਜਣ ਇਹਨਾਂ ਤੇ ਕੁਕੜੀ ਦਾ ਖੰਭਾ ਕੋ ਖਿੱਲਰ ਜਾਣਾ। ਇਹ ਤਾਂ ਅਜੇ ਤੱਕ ਤਾਂ ਸ਼ੁਰੂਆਤ ਹੀ ਹੋਈ ਹੈ ਨਾ। ਸ਼ੁਰੂਆਤ ਹੈ, ਖਿਲਾਰਨ ਵਾਲਾ ਕੋਈ ਹੈ ਨਹੀਂਗਾ। ਪਰ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਬੇਲੋੜੀਆਂ, ਜਿਵੇਂ ਅੱਜ ਹੁਣ ਅਟੈਕ ਹੋ ਰਿਹਾ ਕਾਂਗਰਸ ਪਾਰਟੀ ਵੱਲੋਂ, ਰਾਜੇ ਵੜਿੰਗ ਨਹੀਂ ਕੀਤਾ ਕਿਉਂਕਿ ਸਰਕਾਰ ਬਣਦਿਆਂ ਸਾਰੀ केजरीवाल साहब ने कहता सी जी वो माफिया वाले आए थे, मेरे पास भी आए थे, भगवंत जी के पास भी आए थे, हमारे वजीरों के पास भी आए, एमएलए के पास भी आए कि कैसा चलता है बताओ, पैसा तो कहाँ आपका लेन देन कहाँ होता है, वो बताओ हम देने को तैयार हैं। तो कहना भाई ऐसी आए कि मैं बढ़ गए फिर पूछने वाली गल आई है। हमने उनको बोल दिया कि आप अच्छे से काम करो, पैसा नहीं चाहिए। हुण राजा वड़िंग कहंदा भी उन्हां दे हुण ओ अच्छी से काम करो, ओ ना दसो कौन है। जे तुहानू माफिया ने अप्रोच कर लिया तो फिर माफिया के खिलाफ कार्रवाई क्यों नहीं करते। बिल्कुल बिल्कुल, ਇਹਦਾ ਮਤਲਬ ਹੈ ਕਿ ਤੁਸੀਂ ਮਾਫੀਆ ਦੇ ਨਾਲ ਘਿਓ ਖਿਚਰੀ ਹੋ, ਪਤਾ ਨਹੀਂ ਕਹਿੰਦੇ ਘਿਓ ਖਿਚਰੀ ਹੈ। ਰਾਜਾ ਵੜਿੰਗ ਕਹਿੰਦਾ ਨਾ, ਅੱਜ ਸਿੱਧੂ ਵੀ ਕਹਿ ਗਿਆ, ਸਿੱਧੂ ਵੀ ਕਹੇਗਾ। ਤਾਂ ਜੇ ਦੇਖੀਏ ਤਾਂ ਜੋ ਸਦਾ ਬਹਾਰ ਲੀਡਰ ਹੈ ਆਪਣਾ ਸੁਖਪਾਲ ਖਹਿਰਾ, ਉਹ ਵੀ ਕਹੀ ਜਾਂਦਾ ਵੀ ਦੱਸੋ ਤੁਸੀਂ ਗੱਲ ਕੀ ਹੈ। ਉਹ ਉਸ ਸੰਦਰਭ ਦੇ ਵਿੱਚ ਆਪਾਂ ਦੇਖੀਏ ਤਾਂ ਜਿਵੇਂ ਉਹਨਾਂ ਨੇ ਗੱਲ ਕਰਦੇ ਖੇਡ ਦੀ ਜਿਹੜੀ ਹੈਗੀ
92 ਬੰਦੇ ਜ਼ਰੂਰ ਹੈ ਹੂੰ ਪਰ ਦਾਨੇਵਾਲ ਸਾਹਿਬ ਇੱਕ ਗੱਲ ਦੇਖੋ, ਜਿੰਨੇ ਬੰਦੇ ਬਾਲੇ ਹੁੰਦੇ ਆ ਸਰਕਾਰ ਨੂੰ ਖਤਰਾ ਵੀ ਟੂ ਮੈਨੀ ਕੁਕ ਸਪੋਇਲਸ ਤਾਂ ਗੇਮ ਉਹ ਵੀ ਆ ਜਾਂਦੇ ਨੇ। ਨਹੀਂ ਆਪਾਂ ਨੂੰ ਪਤਾ ਹੈ ਕਿ ਉਦੋਂ ਅਮਰਿੰਦਰ ਸਿੰਘ ਨੇ 2012 ਚ ਉਹੀ ਮਾਰ ਖਾਧੀ ਸੀ ਨਾ ਵੀ ਪਿਛਲੀ ਵਾਰੀ ਜਿਹੜੀ ਸੀ 2002 ਚ ਬਾਲੇ ਆ ਗਏ ਸੀ ਵੀ ਯਾਰ ਬਾਲੇ ਨਾ ਆ ਜਾਣ ਕਿਤੇ 65 ਕੀ ਰਹਿਣ ਉਹ ਹਰਾਉਣ ਲੱਗ ਪਏ ਬਹੁਤ ਕੰਪੇਨ ਹੀ ਨਹੀਂ ਕੀਤੀ ਜਾਂ ਜਿਹੜੇ ਬਾਗੀ ਖੜੇ ਹੋਏ ਸੀ ਉਹਨੂੰ ਬਣਾਇਆ ਨਹੀਂ ਜੀ ਤੇ ਨਤੀਜਾ ਇਹ ਹੋਇਆ ਕਿ ਜਿਹਦੇ ਸਰਕਾਰ ਬਣਾਉਂਦੇ ਤੇ ਪਾਸੇ ਰੁੜ ਗਈ ਖੁਦੋਂ ਇਸ ਤਰ੍ਹਾਂ ਹੈ। ਸੋ ਇਹ ਤਾਂ ਢਿੱਲੋਂ ਸਾਹਿਬ ਉਹਨਾਂ ਦੀ ਸੀ ਤੇ ਤੁਸੀਂ ਅਕਾਲੀਆਂ ਦੀ ਗੱਲ ਹੀ ਕੀਤੀ ਹੈ। ਕਹਿੰਦੇ ਰਕਾਬਗੰਜ ਗੁਰਦੁਆਰੇ ਪ੍ਰਮਾਈਸਿਸ ਦੇ ਵਿੱਚ ਛਿੱਤਰ ਪਤੌਲਾ ਹੀ ਹੋ ਗਿਆ ਇਹਨਾਂ ਦਾ ਆਪਸ ਵਿੱਚ। ਦੇਖੋ ਦਾਨੇਵਾਲ ਸਾਹਿਬ ਉੱਥੇ ਜਿਹੜੀ ਹੈਗੀ ਦਿੱਲੀ ਗੁਰਦੁਆਰਾ ਕਮੇਟੀ ਹੈ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਦਾ ਪੂਰਾ ਨਾਮ ਜੀ ਇਹ ਬਣੀ ਸੀਗੀ ਜਥੇਦਾਰ ਸੰਤੋਖ ਸਿੰਘ ਹੋਰਾਂ ਦੇ ਉਦਮ ਨਾਲ ਜੀ। ਸੰਤੋਖ ਸਿੰਘ ਹੋਰੀ ਆ ਜਿਹੜੇ ਮੌਜੂਦਾ ਇੱਕ ਦਿੱਲੀ ਦੇ ਸਿੱਖ ਲੀਡਰ ਹੈ ਮਨਜੀਤ ਸਿੰਘ ਜੀ ਕੇ ਇਹਨਾਂ ਦੇ ਫਾਦਰ ਹੁੰਦੇ ਸੀ ਜੀ। ਉਦੋਂ ਤੋਂ ਲੈ ਕੇ ਜਿਹੜਾ ਉਹਨਾਂ ਦਾ ਪੰਜਾਬ ਦੇ ਨਾਲ ਅਕਾਲੀਆਂ ਦੇ ਨਾਲ ਦੁਸ਼ਮਣੀ ਤਾਂ ਨਹੀਂ ਸੀਗੀ ਲੇਕਿਨ ਉਹਨਾਂ ਦਾ ਉਸ ਤਰ੍ਹਾਂ ਦਾ ਸਨੇਹ ਵੀ ਨਹੀਂ ਸੀ ਜੀ ਕਿਉਂਕਿ ਜਿਹੜੇ ਪੰਜਾਬ ਤੋਂ ਬਾਹਰਲੇ ਅਕਾਲੀ ਹੈ ਜਾਂ ਸਿੱਖ ਹੈ ਉਹਨਾਂ ਨੇ ਆਪਣੇ ਹਿੱਤ ਵੀ ਦੇਖਣੇ ਹੁੰਦੇ ਆ ਕਿ ਅਸੀਂ ਭਾਈ ਇੱਥੇ ਕਿਵੇਂ ਕਰਨਾ ਜੀ। ਅਖੀਰ ਇੱਕ ਸਟੇਜ ਇਹ ਆ ਗਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਇੱਕ ਤਰੁਪ ਦਾ ਪਤਾ ਲੱਗ ਗਿਆ ਤੇ ਉਹ ਸੀ ਮਨਜਿੰਦਰ ਸਿੰਘ ਸਿਰਸਾ ਜੀ। ਮਨਜਿੰਦਰ ਸਿੰਘ ਸਿਰਸਾ ਬੜਾ ਤੇਜ਼ ਤਰਾਰ ਹੈ, ਉਹ ਬੰਦਾ ਬੀਜੇਪੀ ਦਾ MLA ਵੀ ਸੀ, ਉਹ ਦਿੱਲੀ ਦੇ ਅਕਾਲੀ ਦਲ ਦਾ ਸਰਵਾ ਵੀ ਸੀ ਜੀ ਤੇ ਨਾਲ ਸੁਖਬੀਰ ਸਿੰਘ ਬਾਦਲ ਦਾ ਸਲਾਹਕਾਰ ਵੀ ਸੀ। ਉਹਦਾ ਕਰਕੇ ਉੱਥੇ ਉਸ ਜਿਹੜੀ ਹੈ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਬਾਦਲਾਂ ਦਾ ਕਬਜ਼ਾ ਬਰਕਰਾਰ ਰਿਹਾ ਸੀ। ਚਲੋ ਉਹ ਤੋਂ ਬਾਅਦ ਹਾਲਾਤ ਕੁਛ ਇਹੋ ਜਿਹੇ ਬਣ ਗਏ ਕਿ ਪਿੱਛੇ ਜੇ ਸਿਰਸਾ ਸਾਹਿਬ ਫਤਿਹ ਬੁਲਾ ਕੇ ਜੀ ਅਕਾਲੀ ਦਲ ਨੂੰ ਤੇ ਉਹ ਚਲੇ ਗਏ ਬੀਜੇਪੀ 'ਚ। ਉਦੋਂ ਲੱਗਦਾ ਸੀ ਕਿ ਚਲੇ ਇਕੱਲੇ ਹੀ ਗਏ ਤੇ ਨਾਲੇ ਇਹਨੇ ਹੋਰ ਤਾਂ ਕੀ ਕਰਨਾ ਜੀ। ਹੁਣ ਉੱਥੇ ਕੀ ਕੀਤਾ ਵੀ ਬੰਦੇ ਬਾਕੀ ਤਾਂ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਨਾਲ ਹੈ ਪ੍ਰਧਾਨ ਬਣਾ ਲਿਆ ਸੀ ਉਹਨਾਂ ਨੇ ਉਹ ਕਾਲਕਾ। ਅੱਛਾ ਜੀ। ਗੁਰਮੀਤ ਸਿੰਘ ਕਾਲਕਾ ਜੀ ਇਹ ਮੇਰਾ ਖਿਆਲ ਉਹਦਾ ਨਾਮ। ਹਾਂਜੀ ਹਾਂ ਉਹਨੂੰ ਬਣਾ ਲਿਆ ਪ੍ਰਧਾਨ ਬਣਾ ਕੇ ਉਹਨੇ ਕਹਿੰਦਾ ਜੀ ਠੀਕ ਆ ਮੈਂ ਅਕਾਲੀ ਹੈ ਅੱਜ ਵੀ ਅਕਾਲੀ ਹੋ। ਅੱਛਾ ਜੀ। ਪਰ ਹੁਣ ਬਾਦਲ ਕਾ ਅਕਾਲੀ ਨਹੀਂ ਹੈ। ਉਹਨਾਂ ਨੇ ਬਣਾ ਲਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ। ਅੱਛਾ ਜੀ। ਤੇ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਹੈ ਬੰਗਲਾ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਅਕਾਲੀ ਦਲ ਦਾ ਦਫ਼ਤਰ ਚੱਲਦਾ ਬਹੁਤ ਪੁਰਾਣਾ ਜੀ, ਜਿਵੇਂ ਆਪਣੇ ਦਰਬਾਰ ਸਾਹਿਬ ਦੇ ਵਿੱਚ ਚੱਲਦਾ ਹਾਲ ਦੇ ਵਿੱਚ ਚੱਲਦਾ ਉਸੇ ਤਰ੍ਹਾਂ ਹੀ ਉਹਨਾਂ ਨੇ ਆਪਦਾ ਚਲਾ ਲਿਆ। ਉਹਦੇ ਹੁਣ ਜਿਹੜੇ ਹੈਗੇ ਕਿਉਂਕਿ ਜਦੋਂ ਸਾਰਾ ਕੁਝ ਹੀ ਚਲਾ ਗਿਆ ਤੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਵਤਾਰ ਸਿੰਘ ਹਿੱਤ ਨੂੰ ਬਣਾਤਾ ਪ੍ਰਧਾਨ। ਅੱਛਾ ਜੀ। ਕਦੇ ਅਵਤਾਰ ਸਿੰਘ ਹਿੱਤ ਜਿਹੜਾ ਹੈਗਾ ਬਹੁਤ ਨੇੜੇ ਹੁੰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਲੇਕਿਨ ਇਹਨਾਂ ਨੂੰ ਇਗਨੋਰ ਕਰਤਾ ਸੀ, ਨਜ਼ਰਅੰਦਾਜ਼ ਕਰਤਾ ਸੀ ਤੇ ਹੁਣ ਉਹ ਫੇਰ ਦੁਬਾਰਾ ਆ ਗਏ ਜੀ। ਉਹਨਾਂ ਨੇ ਹੁਣ ਕੀ ਕੀਤਾ ਕਿ ਕੱਲ ਕੁਝ ਮੁੰਡੇ ਲਏ ਨਾਲ ਨੌਜਵਾਨ ਵਰਗ ਦੇ ਬੰਦੇ ਜੀ ਨਾਲ ਲੈ ਕੇ ਤੇ ਉਹ ਪਹੁੰਚ ਗਏ ਉੱਥੇ ਕਿਉਂਕਿ ਹੁਣ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਉਹ ਕਾਲਕਾ ਹੋਰਾਂ ਨੇ ਜਿਹੜਾ ਇਹਨਾਂ ਦਾ ਬਣਿਆ ਬਣਾਇਆ ਦਫ਼ਤਰ ਸੀ ਉੱਥੋਂ ਆਪਦੀਆਂ ਸਰਗਰਮੀਆਂ ਆਰੰਭ ਕਰਤੀਆਂ। ਅੱਛਾ ਜੀ। ਉਹ ਕਹਿੰਦੇ ਵੀ ਦਿੱਲੀ ਦੀ ਕਮੇਟੀ ਹੈ, ਦਿੱਲੀ ਦਾ ਅਕਾਲੀ ਦਲ ਹੈ, ਅਸੀਂ ਬਣਾਇਆ ਸਾਡਾ ਸਾਰਾ ਕੰਟਰੋਲ ਹੈ ਤੇ ਆਪਾਂ ਆਪਦਾ ਦਫ਼ਤਰ ਇੱਥੇ ਚਲਾ ਲਈਏ ਜੀ। ਤੇ ਇਹਨਾਂ ਨੇ ਕੀ ਕੀਤਾ ਜੀ ਹਿੱਤ ਸਾਹਿਬ ਨੇ ਲਿਜਾ ਕੇ ਬੰਦਿਆਂ ਨੂੰ ਤੇ ਉੱਥੇ ਕੱਲ ਕਬਜ਼ਾ ਕਰ ਲਿਆ। ਅੱਛਾ ਜੀ। ਕੱਲਾ ਕਬਜ਼ਾ ਨਹੀਂ ਕੀਤਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਤਾ ਜੀ, ਅਖੰਡ ਪਾਠ ਰਖਵਾਤਾ। ਇਹਦੇ ਤੇ ਮਤਲਬ ਉਹਨਾਂ ਦੀ ਤੂੰ ਮੈਂ ਕਾਫੀ ਹੋਈ ਜੀ। ਖੈਰ ਆਪਾਂ ਮੈਂ ਕਹਿੰਦਾ ਵੀ ਦੋਵਾਂ ਧਿਰਾਂ ਨੂੰ ਵੈਸੇ ਤਾਂ ਹਿਤੋਰਾਂ ਨੂੰ ਤਾਂ ਨਹੀਂ ਜ਼ਿਆਦਾ ਇਹ ਕ੍ਰੈਡਿਟ ਦੇਣਾ ਬਣਦਾ ਹੈ ਕਾਲਕਾ ਹੋਰਾਂ ਨੂੰ। ਅੱਛਾ ਜੀ। ਕਿਉਂਕਿ ਕਾਬਜ਼ ਤਾਂ ਉਹ ਹੈ ਬਿਲਕੁਲ। ਉਹਨਾਂ ਨੇ ਕਿਸੇ ਕਿਸਮ ਦਾ ਜਿਹੜਾ ਹੈਗਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲਿਆ, ਦਸਤਾਰਾ ਨਹੀਂ ਲਈਆਂ। ਅੱਛਾ ਚਲੋ ਇਹ ਵੀ ਚੰਗੀ ਗੱਲ। ਇਹ ਮਤਲਬ ਨਹੀਂ ਤਾਂ ਅਗਲੇ ਕਹਿੰਦੇ ਤੁਸੀਂ ਆਏ ਕੌਣ ਹੋ, ਬੁੜਾ ਬੰਦਾ ਉਹ ਉੱਥੇ ਲੱਤੋਂ ਲੱਤੀ ਹੋ ਪੈਂਦੇ। ਉਹਨਾਂ ਨੇ ਚੁੱਪ ਕਰਕੇ ਐਪਲੀਕੇਸ਼ਨ ਦਿੱਤੀ ਪੁਲਿਸ ਨੂੰ ਜੀ। ਕਹਿੰਦੇ ਜੀ ਇਹ ਸਾਡੇ ਪ੍ਰਿੰਸਸ ਚਾਹ ਬੜੇ ਆ ਤੇ ਇਹਨਾਂ ਨੂੰ ਹਟਾਓ ਜੀ। ਪੁਲਿਸ ਨੇ ਵੀ ਸਿਆਣਪ ਕੀਤੀ। ਅੱਛਾ। ਵੈਸੇ ਤਾਂ ਉਹਨਾਂ ਦੀ ਜਿਵੇਂ ਹੁਣ ਸਿਰਸਾ ਸਾਹਿਬ ਉਹਨਾਂ ਦੇ ਨਾਲ ਹੈਗੀ ਤੇ ਉਹਨਾਂ ਦੀ ਪੁਲਿਸ ਜਿਹੜੀ ਹੈ ਮਤਹਿਤ ਹੈਗੀ ਅਮਿਤ ਸ਼ਾਹ ਹੋਰਾਂ ਦੀ ਬਿਲਕੁਲ ਗ੍ਰਹਿ ਵਿਭਾਗ ਦੀ, ਤੇ ਜੇ ਪੁਲਿਸ ਚਾਹੁੰਦੀ ਤਾਂ ਫਿਰ ਵੀ ਸਾਰਾ ਕੁਝ ਹੋ ਜਾਂਦਾ। ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਕੰਮ ਨਹੀਂ ਕਰਨਾ ਆਪਾਂ। ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਐਂ ਕਰੋ ਅਖੰਡ ਪਾਠ ਸਾਹਿਬ ਦਾ ਭੋਗ ਪੈ ਲੈਂਦੇ ਜੀ, ਉਹ ਤੋਂ ਬਾਅਦ ਦੇਖਾਂਗੇ। ਹੁਣ ਇਹਦੇ ਤੇ ਜਦੋਂ ਅਵਤਾਰ ਸਿੰਘ ਹਿੱਤ ਨੂੰ ਪੁੱਛਿਆ ਵੀ ਭਾਈ ਤੁਸੀਂ ਆਹ ਕੀ ਕੀਤਾ ਤੇ ਅਵਤਾਰ ਸਿੰਘ ਹਿੱਤ ਨੇ ਫਿਰ ਇੱਕ ਪੁਰਾਣਾ ਕਹਿੰਦਾ ਜੀ ਸਾਡਾ ਇੱਕ ਸਮਝੌਤਾ ਹੋਇਆ। ਅੱਛਾ ਜੀ। ਉਸ ਸਮਝੌਤੇ ਦੇ ਮੁਤਾਬਕ ਇਹ ਦਫ਼ਤਰ ਸਾਡੇ ਕੋਲੇ। ਕਹਿੰਦੇ ਵੀ ਕਿਵੇਂ? ਉਹ ਕਹਿੰਦੇ ਜਦੋਂ ਸਰਨਾ ਸਾਹਿਬ ਹੁੰਦੇ ਸੀ ਨਾ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਦੋਂ ਕਹਿੰਦੇ ਸਾਡਾ ਇੱਕ ਸਮਝੌਤਾ ਹੋ ਗਿਆ ਸੀ ਕਮੇਟੀ ਉਹ ਚਲਾਉਣਗੇ ਤੇ ਕਮੇਟੀ ਦਾ ਦਫ਼ਤਰ ਉਹਨਾਂ ਕੋਲੇ ਤੇ ਜਿਹੜਾ ਅਕਾਲੀ ਦਲ ਅੱਜ ਸਾਡਾ ਦਫ਼ਤਰ ਅਕਾਲੀ ਦਲ ਦਾ ਇਹ ਸਾਡੇ ਕੋਲੇ ਰਹਿ ਗਿਆ।
ਹੁਣ ਜੇ ਤਾਂ ਇਹ ਗੱਲ ਹੈ ਜੀ ਫਿਰ ਤਾਂ ਆਪਾਂ ਨੂੰ ਪੰਜਾਬ ਬਾਰੇ ਵੀ ਸੋਚਣਾ ਪਊਗਾ। ਹੂੰ ਪੰਜਾਬ ਦੇ ਵਿੱਚ ਅਕਾਲੀ ਦਲ ਜੇ ਆਪਾਂ ਦੇਖੀਏ ਸਭ ਤੋਂ ਟਕਸਾਲੀ ਅਕਾਲੀ ਦਲ ਹੈ ਜਿਹੜਾ ਸਿੱਖ ਜੀ। ਜਿਹੜੀ ਸਹੀ ਮੈਨੇਜ ਕਰੀਏ ਤਾਂ ਫਿਰ ਅਕਾਲੀ ਦਲ ਅੰਮ੍ਰਿਤਸਰ ਹੈ। ਹੂੰ ਫਿਰ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਵੀ ਦਫ਼ਤਰ ਮਿਲਣਾ ਬਿਲਕੁਲ ਮਿਲਣਾ ਚਾਹੀਦਾ ਜੀ ਸਾਰਾ। ਹਾਂ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਵੀ ਮਿਲਣਾ ਚਾਹੀਦਾ। ਜੀ ਬਿਲਕੁਲ। ਉਹ ਵੀ ਅਕਾਲੀ ਹੈ। ਜੇ ਹੁਣ ਉੱਥੇ ਮਿਲਦੇ ਉਹ ਕਹਿੰਦੇ ਜੀ ਸਾਡਾ ਤਾਂ ਹੱਕ ਬਣਦਾ ਹੈ। ਉਦੋਂ ਸਮਝੌਤਾ ਹੋਇਆ ਸੀ। ਹੂੰ ਉਹ ਸਮਝੌਤੇ ਮੁਤਾਬਕ ਸਾਡਾ ਹੈ। ਪਰ ਕੁੱਲ ਮਿਲਾ ਕੇ ਜੇ ਦਾਨੇਵਾਲ ਸਾਹਿਬ ਆਪਾਂ ਵੇਖੀਏ ਕਿ ਆਮ ਤੌਰ ਦੇ ਉੱਤੇ ਅਸੀਂ ਆਮ ਸਧਾਰਨ ਸਿੱਖਾਂ ਨੂੰ ਕਈ ਵਾਰੀ ਆਪਾਂ ਦੋਸ਼ ਦੇਣ ਲੱਗ ਜਾਂਦੇ ਜੀ ਉਹ ਗਲਤ ਕਰਦੇ ਆ ਲੜਦੇ ਛੋਟੇ ਗੁਰਦੁਆਰੇ 'ਚ। ਹਾਂਜੀ ਦਿੱਲੀ ਦੀ ਰਾਜਧਾਨੀ ਹੈ। ਰਾਜਧਾਨੀ ਦੇ ਵਿੱਚ ਭਲੇ ਹੋ ਮਾਨਸੋ ਤੁਸੀਂ ਲੜਦੇ ਹੋ ਜੀ, ਇਹ ਗੱਲ ਚੰਗੀ ਨਹੀਂ ਹੈ। ਨਹੀਂ ਇਸ ਤੋਂ ਲੱਗਦੀ। ਬਚ ਕੇ ਰਹਿਣਾ ਚਾਹੀਦਾ। ਬਿਲਕੁਲ ਢਿੱਲੋਂ ਸਾਹਿਬ ਉੱਥੇ ਨਿੱਕੀ ਜੀ ਕੋਈ ਉੱਥੇ ਤੁਸੀਂ ਮੌਕਾ ਨਾ ਦਿਓ, ਤੁਹਾਨੂੰ ਮੌਕਾ ਨਾ ਦਿਓ ਕਿ ਤੁਹਾਡੇ ਮਾਮਲੇ 'ਚ ਦਖਲਅੰਦਾਜ਼ੀ ਕਰ। ਜੀ। ਤੇ ਢਿੱਲੋਂ ਸਾਹਿਬ ਵੈਸੇ ਪ੍ਰਧਾਨ ਮੰਤਰੀ 15 ਅਗਸਤ ਨੂੰ ਲਾਲ ਕਿਲ੍ਹੇ ਦੀ ਸਫੀਲ ਤੋਂ ਬੋਲਦੇ ਹੁੰਦੇ ਆ ਜੀ। ਕਹਿੰਦੇ ਹੁਣ 21 ਅਪ੍ਰੈਲ ਨੂੰ ਵੀ ਸੰਬੋਧਨ ਕਰਨਗੇ। ਬਿਲਕੁਲ ਜੀ, ਇਹ ਵੈਸੇ ਗੱਲ ਜਿਹੜੀ ਹੈਗੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਮੈਂ ਇਹਨੂੰ ਕੋਈ ਮਾੜੀ ਵੀ ਨਹੀਂ ਸਮਝਦਾ। ਅੱਛਾ ਜੀ। ਕਿਉਂਕਿ 21 ਅਪ੍ਰੈਲ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਛਾ ਜੀ। ਤੇ ਐਤਕੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਜਾਂ ਮਤਲਬ ਭਾਰਤ ਸਰਕਾਰ ਨੇ ਵੀ ਪੰਜਾਬ ਸਰਕਾਰ ਸਾਰੀ ਇਸ ਗੱਲ ਦੇ ਉੱਤੇ ਲੱਗਿਆ ਕਿ ਬਾਬੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਜਿਹੜਾ ਪ੍ਰਕਾਸ਼ ਪੁਰਬ ਹੈ ਜੀ ਇਹਨੂੰ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇ ਤੇ ਸਰਕਾਰੀ ਤੌਰ ਤੇ ਮਨਾਇਆ। ਹੂੰ ਜਦੋਂ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਹਾਂ ਤੇ ਗੁਰੂ ਤੇਗ ਬਹਾਦਰ ਜੀ ਵੈਸੇ ਤਾਂ ਸਾਰੇ ਸ਼ਹੀਦਾਂ ਦਾ ਮੁਕਾਮ ਵੀ ਬਹੁਤ ਵੱਡਾ ਹੈ, ਲੇਕਿਨ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਨਾ ਜੀ ਉਹ ਸ਼ਹਾਦਤ ਅਲੋਕਾਰ ਸ਼ਹਾਦਤ ਹੈ। ਉਹ ਅਜਿਹੀ ਸ਼ਹਾਦਤ ਹੈ ਦੁਨੀਆ 'ਚ ਜਿਹਦਾ ਕਿਤੇ ਕੋਈ ਸਬੂਤ ਨਹੀਂ ਮਿਲਦਾ। ਜੀ ਦੇਖੋ ਦਾਨੇਵਾਲ ਸਾਹਿਬ ਆਪਦੀ ਖਾਤਰ, ਆਪਦੇ ਪਰਿਵਾਰ ਦੀ ਖਾਤਰ, ਆਪਣੇ ਘਰ ਦੀ ਖਾਤਰ, ਆਪਦੇ ਭਾਈਚਾਰੇ ਦੀ ਖਾਤਰ ਤਾਂ ਲੋਕ ਲੜਦੇ ਦੇਖੇ। ਬਿਲਕੁਲ। ਲੋਕ ਆਪਣਾ ਕੁਰਬਾਨੀਆਂ ਵੀ ਦਿੰਦੇ ਦੇਖੇ। ਹੂੰ ਕਿਸੇ ਹੋਰ ਦੀ ਖਾਤਰ ਕੁਰਬਾਨੀ ਦੇਣੀ ਬਹੁਤ ਔਖੀ। ਇਹ ਬਹੁਤ ਔਖੀ ਹੈ। ਬਿਲਕੁਲ ਸਿਆਣੀ ਬਹੁਤ ਗੱਲ ਔਖੀ ਹੈ। ਹੁਣ ਕਿਹਾ ਜਾਂਦਾ ਜੋ ਸਾਡੀ ਸਿੱਖ ਤਵਾਰੀਖ ਹੈ ਕਿ ਜਦੋਂ ਔਰੰਗਜ਼ੇਬ ਦਾ ਰਾਜ ਭਾਗ ਸੀ ਜੀ ਔਰੰਗਜ਼ੇਬ ਜਬਰੀ ਲੋਕਾਂ ਨੂੰ ਇਸਲਾਮ ਧਰਮ ਕਬੂਲਣ ਵਾਸਤੇ ਪ੍ਰੈਸ਼ਰਾਈਜ਼ ਕਰਦਾ ਸੀ, ਬਿਲਕੁਲ ਦਬਾਅ ਪਾਉਂਦਾ ਸੀ। ਔਰ ਉਹਨੇ ਕਸ਼ਮੀਰ ਦੇ ਪੰਡਤਾਂ ਤੇ ਵੀ ਦਬਾਅ ਪਾਇਆ। ਕਸ਼ਮੀਰ ਦੇ ਪੰਡਤ ਜਿਹੜੇ ਹੈਗੇ ਲਾਚਾਰ ਸੀ। ਜੀ ਲਾਚਾਰ ਤਾਂ ਮਤਲਬ ਤੁਸੀਂ ਦੇਖੋ ਅੱਜ ਵੀ ਹੈਗੇ ਵਿਚਾਰੇ। ਹਾਂ ਬਿਲਕੁਲ ਹੈਗੇ ਜਿਹੜੇ ਕਸ਼ਮੀਰ ਦੇ ਪੰਡਤ ਉੱਥੋਂ ਉਜਾੜੇ ਵੀ ਹੈ ਉਹ ਵੀ ਲਾਚਾਰ ਹੈ। ਉਹਨਾਂ ਨੂੰ ਲੈ ਕੇ ਕੋਈ ਫਿਲਮ ਬਣ ਗਈ। ਹਾਂ ਉਹ ਬਣਾਤੀ ਇਹਨਾਂ ਨੇ। ਕੀ ਉਹਦਾ ਨਾਂ ਹੈਗਾ ਫਿਲਮ ਦਾ? ਬਣਾਈ ਹੈ ਉਹਦਾ ਟੈਕਸ ਮਾਫ ਵੀ ਕੀਤਾ। ਹਾਂ ਕਸ਼ਮੀਰ ਫਾਈਲ। ਕਸ਼ਮੀਰ ਫਾਈਲਸ। ਹਾਂ ਉਹਦੇ ਤੇ ਤਾਂ ਬਹੁਤ ਜ਼ੋਰ ਪਾਇਆ ਜਾ ਰਿਹਾ। ਕਸ਼ਮੀਰ ਫਾਈਲ ਦੇਖਣ ਵਾਸਤੇ ਪ੍ਰਧਾਨ ਮੰਤਰੀ ਨੇ ਵੀ ਕਹਿਤਾ, ਅਮਿਤ ਸ਼ਾਹ ਨੇ ਵੀ ਕਹਿਤਾ। ਹਾਂਜੀ। ਪਰ ਨਾਲ ਹੈ ਵੀ ਕਸ਼ਮੀਰ ਫਾਈਲਸ ਦਾ ਜਿਹੜਾ ਦੂਜਾ ਪਾਰਟ ਹੈ ਜੀ ਇੱਕ ਦੂਜਾ ਹਿੱਸਾ ਹੈ ਕਿ ਜਿਹੜਾ ਉੱਥੇ ਚਿੱਟੀ ਸਿੰਘਪੁਰਾ ਦੇ ਵਿੱਚ 35 ਸਿੱਖ ਮਾਰੇ ਗਏ ਸੀ ਉਹਦਾ ਹੀ ਕੋਈ ਗੱਲ। ਕਸ਼ਮੀਰ ਫਾਈਲਸ ਹੈ। ਕਿੰਨੇ ਲੋਕ ਬੇਗੁਨਾਹ ਹੈ ਜਿਹੜੇ ਇਹਨੂੰ ਸਿਕਿਉਰਿਟੀ ਫੋਰਸਸ ਨੇ ਚੱਕ ਕੇ ਮਾਰਤਾ। ਉਹ ਵੀ ਕਸ਼ਮੀਰ ਫਾਈਲਸ ਹੈ। ਦੁਖਾਂਤ ਤੇ ਦਿਖਾਉਣਾ ਤਾਂ ਸਾਰਾ ਕਿਉਂ ਨਹੀਂ ਦਿਖਾਉਂਦੇ? ਖੈਰ ਉਦੋਂ ਵੀ ਜਿਹੜਾ ਉਹ ਸੀ ਉਹ ਦੁਖਾਂਤ ਲੈ ਕੇ ਜਦੋਂ ਕਸ਼ਮੀਰੀ ਪੰਡਤ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਹੈਗੇ ਸਿੱਖ ਆਗੂ ਜੀ ਉਹਨਾਂ ਕੋਲ ਜਾਈਏ ਤੇ ਉਹ ਇੱਕ ਕਹਿੰਦੇ ਆ ਵੀ ਵਫਦ ਦੀ ਸ਼ਕਲ 'ਚ ਗੁਰੂ ਸਾਹਿਬ ਕੋਲੇ ਆਏ ਤੇ ਗੁਰੂ ਸਾਹਿਬ ਨੂੰ ਆ ਕੇ ਉਹਨਾਂ ਨੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਸਾਡੇ ਨਾਲ ਐਂ ਕਰਕੇ ਜ਼ਿਆਦਤੀ ਹੁੰਦੀ ਹੈ, ਧੱਕਾ ਹੁੰਦਾ। ਗੁਰੂ ਸਾਹਿਬ ਸੋਚਣ ਲੱਗੇ, ਕਹਿੰਦੇ ਵੀ 10ਵੇਂ ਪਾਤਸ਼ਾਹ ਬਾਅਦ ਦੇ ਵਿੱਚ ਬਣਦੇ ਗੁਰੂ ਤੇਗ ਬਹਾਦਰ ਜੀ ਬਚਪਨ ਸੀ ਜੀ। ਉਹਨਾਂ ਨੇ ਜੋ ਦੇਖਿਆ ਵੀ ਬੜੇ ਗੰਭੀਰ ਮੁਦਰਾ 'ਚ ਕਹਿੰਦੇ ਕੀ ਗੱਲ ਤੁਸੀਂ ਇੰਨੇ ਗੰਭੀਰ ਹੋ ਪਿਤਾ ਜੀ? ਤੇ 9ਵੇਂ ਪਾਤਸ਼ਾਹ ਨੇ ਕਿਹਾ ਕਹਿੰਦੇ ਗੱਲ ਇਹ ਹੈ ਕਿ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਜਬਰੀ ਜਿਹੜਾ ਬਣਾਇਆ ਜਾ ਰਿਹਾ ਹੈ ਤੇ ਇਹਦੇ ਵਾਸਤੇ ਕਿਸੇ ਨੂੰ ਕੁਰਬਾਨੀ ਦੇਣੀ ਪੈਣੀ। ਜੀ ਬਿਲਕੁਲ। ਤੇ 9ਵੇਂ ਪਾਤਸ਼ਾਹ ਨੇ ਕਹਿੰਦਾ 9 ਸਾਲ ਦੀ ਉਮਰ ਹੈ 10ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਨੂੰ ਆਪਣੇ ਪਿਤਾ ਸ਼੍ਰੀ ਨੂੰ ਕਿ ਫਿਰ ਤੁਹਾਡੇ ਨਾਲੋਂ ਅਹਿਮ ਸ਼ਖਸੀਅਤ ਕੌਣ ਹੋ ਸਕਦੀ ਹੈ ਤੇ ਫਿਰ ਤੁਹਾਨੂੰ ਵੀ ਇਹ ਦੇਣੀ ਚਾਹੀਦੀ ਹੈ। ਤੇ ਉਹਨਾਂ ਨੇ ਉੱਥੇ ਫੈਸਲਾ ਕਰ ਲਿਆ ਤੇ ਦਿੱਲੀ ਨੂੰ ਚੱਲ ਪਏ। ਉਹਨੇ ਕਹਿ ਵੀ ਕਹਿ ਦਿਓ ਔਰੰਗਜ਼ੇਬ ਨੂੰ ਵੀ ਜੇ ਗੁਰੂ ਤੇਗ ਬਹਾਦਰ ਦਾ ਤੁਸੀਂ ਧਰਮ ਤਬਦੀਲ ਕਰਾ ਦਿਓਗੇ ਤੇ ਅਸੀਂ ਸਾਰੇ ਕਰ ਲਾਂਗੇ। ਤੇ ਉਹਨਾਂ ਨੇ ਧਰਮ ਤਬਦੀਲ ਨਹੀਂ ਸੀ ਕੀਤਾ ਤੇ ਉਹਨਾਂ ਦਾ ਫਿਰ ਜਿਹੜਾ ਸੀਸਗੰਜ ਦੇ ਵਿੱਚ ਸ਼ਹਾਦਤ ਹੋਈ ਸੀ ਉੱਥੇ ਉਹਨਾਂ ਨੇ ਮਤਲਬ ਆਪਣੇ ਔਰੰਗਜ਼ੇਬ ਨੇ ਉਹਨਾਂ ਦਾ ਕਤਲ ਕਰਵਾਇਆ ਸੀ। ਗੁਰਦੁਆਰਾ ਸਾਹਿਬ ਸ਼ਹੀਦ ਸੀਸਗੰਜ ਉੱਤੇ ਹੈ। ਸੀਸਗੰਜ ਇਸ ਕਰਕੇ ਕਿ ਗੁਰੂ ਸਾਹਿਬ ਨੇ ਉੱਥੇ ਆਪਣਾ ਸੀਸ ਦਿੱਤਾ ਸੀ। ਹੁਣ ਇਹ ਜਿਹੜੇ ਹੈਗੇ ਇੱਕ ਜਿਹੜੀ ਅਲੌਕਿਕ ਜਿਹੜੀ ਕੁਰਬਾਨੀ ਹੈ ਜੀ ਉਹਦਾ ਹੀ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਕਿਹਾ ਗਿਆ। ਆਪਾਂ ਸਿੱਖਾਂ ਦੇ ਗੁਰੂ ਕਹਿ ਦਿੰਦੇ ਇੱਥੇ, ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ। ਕੋਈ ਹਿੰਦ ਦੀ ਚਾਦਰ ਸੀ। ਔਰ ਗੁਰੂ ਤੇਗ ਬਹਾਦਰ ਜੀ ਨੂੰ ਮੈਂ ਜੇ ਮੇਰੀ ਭਾਸ਼ਾ ਦੇ ਵਿੱਚ ਤੁਸੀਂ ਸੁਣੋ ਤਾਂ ਮੈਂ ਸਮਝੂਗਾ ਕਿ ਦੁਨੀਆ ਦੇ ਵਿੱਚ ਜੀ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਪਹਿਲਾਂ ਰਖਵਾਲੇ ਜੇ ਕੋਈ ਸੀ ਤਾਂ ਗੁਰੂ ਤੇਗ ਬਹਾਦਰ ਸੀ। ਕਿਉਂਕਿ ਉਹਨਾਂ ਨੇ ਕਿਸੇ ਹੋਰ ਦੇ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕੀਤਾ। ਛੋਟੀ ਗੱਲ ਨਹੀਂ। ਹੁਣ ਚਲੋ ਸਾਡੇ ਮਤਭੇਦ ਹੈਗੇ ਮੋਦੀ ਸਾਹਿਬ ਨਾਲ, ਭਾਰਤੀ ਜਨਤਾ ਪਾਰਟੀ ਨਾਲ, RSS ਨਾਲ ਹੈਗੇ, ਸਿੱਖ ਭਾਈਚਾਰੇ ਦੇ ਵੀ ਮਤਭੇਦ ਹੈਗੇ। ਲੇਕਿਨ ਜੇ ਗੁਰੂ ਤੇਗ ਬਹਾਦਰ ਦੀ ਜਿਹੜੀ ਉਹ ਅਲੌਕਿਕ ਕੁਰਬਾਨੀ ਹੈ
ਤੇ ਉਹਨਾਂ ਦੀ ਜਿਹੜੀ ਦੇਣ ਹੈ ਉਹਦਾ ਸਤਿਕਾਰ ਹੁੰਦਾ ਹੈ, ਜੀ। ਉਹਦੀ ਇੱਜ਼ਤ ਹੁੰਦੀ ਹੈ। ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਹੈ, ਕਹਿੰਦਾ ਬੋਲਣ ਵਾਲੀ ਗੱਲ ਨਹੀਂ ਕੀਤੀ ਜੀ। ਉਦੋਂ ਕਹਿੰਦੇ ਵੀ 400 ਜਿਹੜੇ ਹੈਗੇ ਰਾਗੀ ਸਿੰਘ, ਜੀ 400 ਰਾਗੀ ਸਿੰਘ ਜਿਹੜੇ ਹੈਗੇ ਉਹ ਉੱਥੇ ਕਥਾ ਕੀਰਤਨ ਕਰਨਗੇ। 400 ਸਾਲਾ 400 ਰਾਗੀ ਫਿਰ ਕਿੰਨੇ ਦਿਨ ਕਰਨਗੇ ਜੀ? ਇਹ ਵੇਖੋ ਅੱਗੇ ਕਿੰਨੇ ਚਿਰ ਚੱਲਦਾ ਕਿੰਨਾ ਚਿਰ ਪਰ ਉਹ 21 ਅਪ੍ਰੈਲ ਤਾਂ ਉਹਨਾਂ ਦੀ ਫਾਈਨਲ ਹੈ ਨਾ। ਔਰ ਉਸ ਦਿਨ ਉਹਨਾਂ ਨੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਅੱਛਾ ਜੀ ਕਿ ਤੁਸੀਂ ਵੀ ਆਓ ਭਾਈ। ਹੁਣ ਕਿਹੜੀਆਂ ਪਾਰਟੀਆਂ ਦੇ ਉੱਥੇ ਮੁੱਖ ਮੰਤਰੀ ਹੈ? ਮੇਰੇ ਤਾਂ ਖਿਆਲ ਮੁਤਾਬਕ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ ਉਹਨਾਂ ਦੀ ਅਹਿਮੀਅਤ ਨੂੰ ਸਮਝਦੇ ਆ ਜੀ। ਕਿਸੇ ਵੀ ਮੁੱਖ ਮੰਤਰੀ ਨੂੰ ਆਪਦੀ ਰਾਜਧਾਨੀ 'ਚ ਨਹੀਂ ਆਉਣਾ ਚਾਹੀਦਾ, ਸਭ ਨੂੰ ਉੱਥੇ ਜਾਣਾ ਚਾਹੀਦਾ। ਔਰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਲੋਕ ਜਾ ਸਕਦੇ ਹਾਂ, ਕਿਉਂਕਿ ਲਾਲ ਕਿਲੇ ਦੇ ਵਿੱਚ ਉਹੀ ਗੁਰੂ ਤੇਗ ਬਹਾਦਰ ਨੂੰ ਜੀ ਜਿਹੜਾ ਹੈਗਾ ਸ਼ਹਾਦਤ ਦਾ ਜਿਹੜਾ ਹੁਕਮ, ਜਿਹੜੀ ਉਹਨਾਂ ਨੇ ਸ਼ਹਾਦਤ ਹੁਕਮ ਹੋਇਆ ਸੀ, ਉਹਦਾ ਹੁਕਮ ਉੱਥੋਂ ਹੋਇਆ ਸੀ। ਤੇ ਉੱਥੇ ਜੇ ਉਸੇ ਲਾਲ ਕਿਲੇ ਦੇ ਉੱਤੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹੂਗਾ ਜੀ ਤਾਂ ਆਪਣੇ ਆਪ 'ਚ ਬਹੁਤ ਵੱਡੀ ਤਾਂ ਇਹ ਮੇਰੇ ਖਿਆਲ ਮੁਤਾਬਕ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਗੱਲ ਹੈ। ਇਹ ਵੱਖਰੀ ਗੱਲ ਹੈ ਕਿ ਨੀਅਤ ਕੀ ਹੈ, ਕਿ ਇਹਦੇ ਵਿੱਚ ਨੀਅਤ ਕੀ ਹੈ ਉਹਨਾਂ ਦੀ, ਕਿਉਂਕਿ 2024 ਦੀਆਂ ਇਲੈਕਸ਼ਨ ਹੈ। ਇਹਦਾ ਮਤਲਬ ਵੀ ਸਿੱਖ ਭਾਈਚਾਰੇ ਨੂੰ ਇੱਕ ਕਿਸਮ ਦਾ ਜਿਹੜਾ ਹੈਗਾ ਉਹ ਆਪਣੇ ਦੇਖੋ ਦੋ ਚੀਜ਼ਾਂ ਨੇ, ਮਾਨ ਸਤਿਕਾਰ ਦੇਣਾ ਚਾਹੁੰਦੇ ਆ ਕਿ ਜਜ਼ਬ ਕਰਨਾ ਚਾਹੁੰਦੇ ਆ। ਹਾਂ ਨਹੀਂ ਚਲੋ ਮਾਨ ਸਤਿਕਾਰ ਤਾਂ ਗੁਰੂਆਂ ਦਾ ਮਾਨ ਸਤਿਕਾਰ ਆ, ਉਹਨੂੰ ਤਾਂ ਕੋਈ ਜੱਜ ਵੀ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਅਗਲੀ ਗੱਲ ਇਹ ਕਿ ਆਪਣੇ ਰਾਜਨੀਤਿਕ ਮਨੋਰਥ ਦੀ ਖਾਤਰ ਕੀ ਸਿੱਖ ਭਾਈਚਾਰੇ ਨੂੰ ਉਹ ਇਸਤੇਮਾਲ ਕਰ ਸਕਣਗੇ ਨਹੀਂ, ਇਹ ਸਿੱਖ ਭਾਈਚਾਰੇ ਦੀ ਜਿਹੜੀ ਆਪਾਂ ਕਹਾਂਗੇ ਬੁੱਧੀ ਤੇ ਵਿਵੇਕ ਤੇ ਨਿਰਭਰ ਹੈ। ਜੀ ਜੀ। ਤੇ ਸਰ ਲਖੀਮਪੁਰ ਖੀਰੀ ਕੇਸ 'ਚ ਕੀ ਅਪਡੇਟ ਹੈ, ਕਿੱਥੇ ਕਿਤੇ ਪੁੱਜਿਆ ਕੀ? ਦੇਖੋ ਜੀ ਲਖੀਮਪੁਰ ਖੀਰੀ ਕੇਸ ਦੇ ਵਿੱਚ ਤੁਹਾਨੂੰ ਪਤਾ ਵੀ 3 ਅਕਤੂਬਰ ਦੇ ਵਿੱਚ ਉੱਥੇ ਜਿਹੜੇ ਹੈਗੇ ਆ 4 ਕਿਸਾਨ, ਇੱਕ ਪੱਤਰਕਾਰ ਨੂੰ ਜਿਹੜਾ ਹੈਗਾ ਥਾਰ ਗੱਡੀ ਦੇ ਥੱਲੇ ਲਤੜ ਕੇ ਮਾਰਤਾ ਸੀ। ਉਸ ਤੋਂ ਬਾਅਦ ਕਿਸਾਨ ਉਤੇਜਿਤ ਹੋ ਗਏ, ਉਹਨਾਂ ਨੇ ਉਸ ਗੱਡੀ ਨੂੰ ਵੀ ਘੇਰ ਲਿਆ ਤੇ ਉਹਦੇ ਤੇ ਵੀ ਉਹਨਾਂ ਨੇ ਤੋੜ ਭੰਨ ਕੀਤੀ। ਉਸ ਤੋੜ ਭੰਨ ਦੇ ਦੌਰਾਨ 3 ਬੰਦੇ ਹੋਰ ਮਰ ਗਏ ਸੀ, ਇੱਕ ਡਰਾਈਵਰ ਤੇ 2 ਬੀਜੇਪੀ ਦੇ ਵਰਕਰ ਕਹਿੰਦੇ ਟੋਟਲ 8 ਮੌਤਾਂ ਹੁੰਦੀਆਂ ਜੀ। ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਜਿਹੜਾ ਅਜੇ ਮਿਸ਼ਰਾ ਟੇਨੀ ਦਾ ਪੁੱਤ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਜੀ, ਉਹਨੂੰ ਨਾਮਜ਼ਦ ਕਰਤਾ ਸੀ ਕਿਉਂਕਿ ਪਿਓ ਕੇਂਦਰ ਦਾ ਵਜ਼ੀਰ ਹੋਵੇ, ਭਾਰਤੀ ਜਨਤਾ ਪਾਰਟੀ ਦਾ ਰਾਜ ਹੋਵੇ ਤੇ FIR ਦੇ ਵਿੱਚ ਜਿਹੜੀ ਹੈਗੀ ਹੈ ਜਿੰਨੀ ਮਤਲਬ ਕੜਕ FIR ਚਾਹੀਦੀ ਸੀ ਉਹ ਨਹੀਂ ਬਣੀ, ਵਿੱਚ ਕਮੀਆਂ ਪੇਸ਼ੀਆਂ ਥੋੜ੍ਹੀਆਂ ਚੱਲੀਆਂ। ਉਹ ਰਿਹਾ ਕੁਝ ਸਮਾਂ ਅੰਦਰ, ਫਿਰ ਉਹਨੇ ਬੇਲ ਐਪਲੀਕੇਸ਼ਨ ਪਾਤੀ, ਨਿਚਲੀ ਅਦਾਲਤ 'ਚ ਉਹਦੀ ਬੇਲ ਐਪਲੀਕੇਸ਼ਨ ਰੱਦ ਹੋ ਗਈ ਤੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਬੈਂਚ ਨੇ ਜੀ ਉਹਨੂੰ ਜ਼ਮਾਨਤ ਦੇ ਦਿੱਤੀ। ਉਸ ਜ਼ਮਾਨਤ ਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ 'ਚ ਕੁਝ ਪੀੜਤ ਪਰਿਵਾਰਾਂ ਨੇ, ਔਰ ਵਕਾਲਤ ਜਿਹੜੀ ਹੈਗੀ ਹੈ ਉਹਦੇ ਵਿੱਚ ਵਕਾਲਤਨਾਮਾ ਲਾਇਆ, ਉਹ ਲਾਇਆ ਪ੍ਰਸ਼ਾਂਤ ਭੂਸ਼ਣ ਨੇ ਜੀ। ਵਧੀਆ ਗੱਲ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਹੁੰਦੇ ਸੀ RS ਚੀਮਾ ਸਾਹਿਬ ਜੀ, ਉਹਨਾਂ ਨੇ ਵੀ ਉਹਦੇ ਵਿੱਚ ਮਤਲਬ ਆਪਣੀ ਭੂਮਿਕਾ ਅਦਾ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਵੀ ਬਗੈਰ ਪੈਸਿਆਂ ਤੋਂ ਜੀ, ਬਗੈਰ ਫੀਸ ਤੋਂ ਮੈਂ ਭਾਈ ਇਹਦੇ ਵਿੱਚ ਆਪਣੀ ਮਦਦ ਕਿਸਾਨ ਭਾਈਚਾਰੇ ਦੀ ਮਦਦ ਕਰੂੰਗਾ। ਉਹ ਵੀ ਪੇਸ਼ ਹੋਏ, ਹੋਰ ਵੀ ਕਈ ਸਾਰੇ ਲੋਕਾਂ ਨੇ ਪਟੀਸ਼ਨਾਂ ਪਾਈਆਂ ਸੀ ਲੇਕਿਨ ਉਹ ਸਾਰੀਆਂ ਪਟੀਸ਼ਨਾਂ ਕਲੱਬ ਹੋ ਗਈਆਂ ਤੇ ਉਹਦੇ ਤੇ ਹੀ ਫਿਰ ਜਿਹੜਾ ਹੈਗਾ ਬਹਿਸ ਵਗੈਰਾ ਹੋ ਕੇ ਜੀ ਉਹਨੂੰ ਰਿਜ਼ਰਵ ਰੱਖ ਲਿਆ ਸੀ। ਲੇਕਿਨ ਚਲਦੀ ਬਹਿਸ ਦੇ ਦੌਰਾਨ ਜਾਂ ਸੁਣਵਾਈ ਦੇ ਦੌਰਾਨ ਜਿਹੜੀਆਂ ਮਾਨਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸੀ ਜੀ ਆਪਾਂ ਉਹਨਾਂ ਟਿੱਪਣੀਆਂ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਕੇਸ ਭਾਵੇਂ ਰਿਜ਼ਰਵ ਰੱਖ ਲਿਆ, ਲੇਕਿਨ ਇਹ ਸਮਝਦੀ ਹੈ ਸੁਪਰੀਮ ਕੋਰਟ ਕਿ ਇੱਥੇ ਗੜਬੜ ਤਾਂ ਕੁਛ ਹੋ ਗਈ ਹੋ ਰਿਹਾ। ਔਰ ਉਸ ਤੋਂ ਬਾਅਦ ਦਾਨਿਆਲ ਸਾਹਿਬ ਫਿਰ ਇੱਥੇ ਜਿਹੜੀ ਹੈਗੀ ਹੈ ਜੱਜਮੈਂਟ ਆ ਗਈ ਜੀ। ਹੁਣ ਜੱਜਮੈਂਟ ਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਮਾਨਯੋਗ ਜਿਹੜੇ ਜੱਜ ਹੈ ਇਲਾਹਾਬਾਦ ਹਾਈ ਕੋਰਟ ਦੇ ਜੀ, ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਸੁਣਿਆ ਨਹੀਂ। ਅੱਛਾ ਜੀ, ਉਹਨਾਂ ਨੂੰ ਸੁਣਨ ਦਾ ਮੌਕਾ ਨਹੀਂ ਦਿੱਤਾ ਕਿਉਂਕਿ ਸੁਣਵਾਈ ਹੈ ਜਿਹੜੀ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੀ ਜੀ। ਵਿੱਚ ਦੀ ਇੱਕ ਵਾਰੀ ਕਨੈਕਸ਼ਨ ਟੁੱਟ ਗਿਆ, ਜਿਹੜਾ ਵਕੀਲ ਗੱਲ ਕਰਨੀ ਚਾਹੁੰਦਾ ਸੀਗਾ ਪੀੜਤਾਂ ਦਾ ਉਹਦੀ ਗੱਲ ਉੱਥੇ ਤੱਕ ਨਹੀਂ ਪਹੁੰਚੀ। ਇੱਕ ਤਾਂ ਉਹ, ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ FIR ਤੇ ਪੋਸਟਮਾਰਟਮ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹ ਵੀ ਜੱਜ ਸਾਹਿਬ ਨੇ ਗਣਾਈਆਂ। ਬਿਲਕੁਲ, ਉਹ ਕਹਿੰਦੇ ਵੀ ਇਹ ਮਾਮਲਾ ਜਿਹੜਾ ਹੈਗਾ ਟ੍ਰਾਇਲ ਕੋਰਟ ਤੇ ਨਿਰਭਰ ਹੈ। ਬਿਲਕੁਲ, ਇਹ ਟ੍ਰਾਇਲ ਕੋਰਟ ਤੇ ਨਿਰਭਰ ਹੈ। ਇਹ ਕੰਮ ਟ੍ਰਾਇਲ ਕੋਰਟ ਨੂੰ ਕਰਨਾ ਚਾਹੀਦਾ ਸੀ, ਹਾਈ ਕੋਰਟ ਜੱਜ ਨੂੰ ਨਹੀਂ ਕਰਨਾ। ਹਾਈ ਕੋਰਟ ਨੂੰ ਜਿਹੜੀ ਹੈਗੀ ਨੌਈਅਤ ਦੇਖਣੀ ਚਾਹੀਦੀ ਸੀ। ਵੱਡੀ ਗੱਲ ਦਾਨੇਲੀਆ ਸਾਹਿਬ ਹੈ ਕਿ ਇਹਦੇ ਕੇਸ ਦੇ ਵਿੱਚ 17 ਦੇ ਕਰੀਬ ਗਵਾਹ ਹੈ ਜੀ। ਉਹਨਾਂ ਗਵਾਹਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਥ੍ਰੈਟ ਹੈ ਜੀ। ਹੁਣ ਤੱਕ ਕਈ ਗਵਾਹਾਂ ਤੇ ਹਮਲੇ ਹੋ ਚੁੱਕੇ ਹੈ। ਬਿਲਕੁਲ, ਭਾਵੇਂ ਮਾਨਯੋਗ ਅਦਾਲਤ ਦੇ ਹੁਕਮ ਦੇ ਉੱਤੇ ਉਹਨਾਂ ਨੂੰ ਇੱਕ ਜਿਹੜਾ ਹੈਗਾ ਗਨਮੈਨ ਵੀ ਮਿਲਿਆ ਹੋਇਆ, ਇਹਦੇ ਬਾਵਜੂਦ ਵੀ ਉਹਨਾਂ ਤੇ ਹਮਲੇ ਹੋ ਰਹੇ ਜੀ। ਇਹ ਚੀਜ਼ ਵੀ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਧਿਆਨ ਵਿੱਚ ਸੀ ਕਿ ਉਹ ਬੰਦਾ ਕਿੱਡਾ ਵੱਡਾ ਹੈ ਜੀ। ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤ ਹੈ
ਔਰ ਇਹ ਵੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬੰਦਾ ਜੇ ਬਾਹਰ ਰਹਿੰਦਾ ਤਾਂ ਇਹ ਪ੍ਰਭਾਵਿਤ ਵੀ ਕਰ ਸਕਦਾ ਬਿਲਕੁਲ ਕਰ ਸਕਦਾ। ਤੁਹਾਨੂੰ ਪਤਾ ਮੋਨੂ ਵਾਲੇ ਤੇ ਉਹਨਾਂ ਵਾਲੇ ਮਾਮਲੇ 'ਚ ਕਿਵੇਂ ਜ਼ਮਾਨਤਾਂ ਕੈਂਸਲ ਹੋਈਆਂ ਸੀ। ਬਿਲਕੁਲ ਉਹਨਾਂ ਨੇ ਕਿਹਾ ਵੀ ਇਹ ਪ੍ਰਭਾਵਿਤ ਵੀ ਕਰ ਸਕਦਾ, ਇਸ ਕਰਕੇ ਇਹਦੀ ਜ਼ਮਾਨਤ ਕੀਤੀ ਜਾਂਦੀ ਹੈ ਰੱਦ। ਉਹ ਜ਼ਮਾਨਤ ਰੱਦ ਕਰਤੀ, ਹੁਕਮ ਇਹ ਦਿੱਤਾ ਕਿ 1 ਹਫ਼ਤੇ ਦੇ ਵਿੱਚ ਭਾਈ ਤੂੰ ਸਰੈਂਡਰ ਕਰ ਦੇ। ਉਹਦੇ ਨਾਲ ਹੀ ਇਹ ਵੀ ਕਹਿ ਦਿੱਤਾ, ਚਲੋ ਜੁਡੀਸ਼ਰੀ ਨੇ ਮਾਨ ਸਨਮਾਨ ਰੱਖਿਆ ਵੀ ਕਿਉਂਕਿ ਵਕੀਲ ਨੇ ਕਿਹਾ, ਪੀੜਤ ਪਰਿਵਾਰਾਂ ਦੇ ਵਕੀਲ ਨੇ ਕਿਹਾ, ਕਹਿੰਦੇ ਜੀ ਗੱਲ ਇਹ ਹੈ ਕਿ ਇਹ ਲਿਖ ਦਿਓ ਆਰਡਰ ਦੇ ਵਿੱਚ ਕਿ ਜਿਹੜੇ ਜੱਜ ਸਾਹਿਬ ਨੇ ਪਹਿਲਾਂ ਸੁਣਵਾਈ ਕੀਤੀ ਆ ਉਹ ਇਸ ਕੇਸ ਦੇ ਨਾਲ ਸੰਬੰਧਿਤ ਨਾ ਰਹਿਣ, ਉਹਨਾਂ ਨੂੰ ਨਵੇਂ ਕੇਸ ਦਿੱਤਾ ਜਾਵੇ। ਤਾਂ ਜੱਜ ਸਾਹਿਬਾਨ ਨੇ ਕਹਿਤਾ, ਕਹਿੰਦੇ ਵੀ ਨਹੀਂ, ਅਸੀਂ ਫੈਸਲਾ ਤਾਂ ਪਹਿਲਾਂ ਲਿਖੀ ਬੈਠੇ ਹਾਂ, ਲਿਖੇ ਹੋਏ ਫੈਸਲੇ ਦੇ ਵਿੱਚ ਹੁਣ ਤਬਦੀਲੀ ਨਹੀਂ ਹੋ ਸਕਦੀ ਜੀ। ਲੇਕਿਨ ਇਲਾਹਾਬਾਦ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਆਪਣੇ ਵਿਵੇਕ ਤੋਂ ਕੰਮ ਲੈਣਗੇ ਤੇ ਉਹ ਮੁਤਾਬਕ ਉਹ ਫੈਸਲਾ ਠੀਕ ਕਰ ਲੈਣਗੇ। ਉਹਨੂੰ ਕਹਿ ਦਿੱਤਾ ਕਿ ਜੇ ਉਹਨੇ ਦੁਬਾਰਾ ਵੀ ਅਪਰੋਚ ਕਰਨੀ ਤਾਂ ਉਹ ਅਪਰੋਚ ਕਰ ਲਵੇ, ਲੇਕਿਨ ਜਿਹੜੀਆਂ ਟਿੱਪਣੀਆਂ ਕਰਤੀਆਂ, ਜਿਹੜੀਆਂ ਗੱਲਾਂ ਕਹਿਤੀਆਂ, ਉਹਨਾਂ ਗੱਲਾਂ ਤੋਂ ਹੁਣ ਹੇਠਲੀ ਅਦਾਲਤ ਪਾਸੇ ਨਹੀਂ ਜਾ ਸਕਦੀ। ਇਸ ਕਰਕੇ ਜਿਹੜੇ ਉਹਦਾ ਦਿਨ ਤਾਂ ਉਹਦੇ ਮੁੱਕ ਗਏ ਜੇ ਬਾਹਰ, ਜਿਹੜੀ ਆਜ਼ਾਦੀ ਵਾਲੀ ਗੱਲ ਹੈ। ਤੇ ਜਿਵੇਂ ਹੁਣ ਕਿਸਾਨਾਂ ਨੇ ਵੀ ਫੈਸਲਾ ਕਰ ਲਿਆ, ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਕਹਿੰਦੇ ਅਸੀਂ ਜਾਵਾਂਗੇ ਤੇ ਲਖੀਮਪੁਰ ਖੀਰੀ। ਪਰ ਵੱਡੀ ਗੱਲ ਇਹ ਹੈ ਕਿ ਰਕੇਸ਼ ਟਕੈਤ ਦਾ ਬੜਾ ਬੈਲੈਂਸਡ ਬਿਆਨ ਹੈ। ਉਹਨੇ ਕਿਹਾ, ਕਹਿੰਦੇ ਵੀ ਅਸੀਂ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਹੈ ਇਹਦਾ ਸਵਾਗਤ ਕਰਦੇ ਹਾਂ। ਅਗਲੀ ਗੱਲ ਉਹਨੇ ਕਹੀ ਹੈ ਬੜੀ ਮਹੱਤਵਪੂਰਨ, ਕਹਿੰਦਾ ਅਦਾਲਤਾਂ ਨਿਰਪੱਖ ਰਹਿ ਕੇ ਕੰਮ ਕਰਨਾ ਚਾਹੁੰਦੀਆਂ ਜੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕਿਉਂਕਿ ਹੁਣ ਸਾਰੇ ਦਾ ਇਹ ਚੀਫ ਜਸਟਿਸ ਦੇ ਰਮਨਾ ਸਾਹਿਬ ਦੇ ਕੇਸ ਲੱਗਿਆ ਸੀ, ਸਾਰੇ ਜੱਜ ਜਿਹੜੇ ਹੈਗੇ ਰਮਨਾ ਸਾਹਿਬ ਨਹੀਂ ਨਾ ਬਣ ਸਕਦੇ। ਬਿਲਕੁਲ। ਜਾਂ ਜਿਵੇਂ ਜਿਹੜੀਆਂ ਹੈਗੀਆਂ ਥੋੜੀਆਂ ਅਦਾਲਤਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ, ਅਦਾਲਤਾਂ ਦੇ ਕੰਮ ਧੰਦੇ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਆਪਣੇ ਆਪ ਦੇ ਵਿੱਚ ਹੈ। ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਸਾਡਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਚਲੋ ਸਾਰੇ ਕੁਛ ਕਮੀਆਂ ਪੇਸ਼ੀਆਂ ਵੀ ਹੁੰਦੀਆਂ, ਪ੍ਰੈਸ਼ਰ ਵੀ ਮਿਲਦੇ, ਪਰ ਫਿਰ ਵੀ ਭਾਰਤੀ ਜੁਡੀਸ਼ਰੀ ਹੈ ਜਿਹੜੀ, ਉਹਨਾਂ ਨੂੰ ਆਪਾਂ ਸਲਾਮ ਕਰਦੇ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਫਿਰ ਮੁਲਾਕਾਤ ਹੋਏਗੀ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।